लाहौर दे साज ते दिल दियां खुशियां दी आवाज रेडियो आवाज 96.9 FM। इश्क दे पत्तना ते मेले जुड़ गए, इल्म दे सारे किनारे खुर गए। खाख मेरी चो मोहब्बत खिड़ पई, मुल तेरे पानियां दे मुड़ गए। रीत दी टाणी तो नाता तोड़ के दो फुल चन्हा विच रुड़ गए। सज गई है महफिल फेर शाम दी, चंद दी सोहबत च तारे जुड़ गए। बाल के अपनी अकीदत दे चिराग तेरी दुनिया चो मुसाफिर मुड़ गए। बाल के अपनी अकीदत दे चिराग तेरी दुनिया चो मुसाफिर मुड़ गए। ये बोलां दे नाल अज रेडियो प्रोग्राम की शुरुआत करन जा रहे हैं। कोरोना यानी कि कोविड-19 बहुत ज़्यादा फैल चुका है तो ईवन मैनीटोबा दे विच भी ये दोबारा तो अपने पैर फसार रहा है तो बहुत सारिया मौतां इस करके वर्ल्ड दे विच होईयां ने, तो बहुत सारिया मौतां कैनेडा दे विच भी होईयां ने तो कुछ अपने मैनीटोबा दे विच भी हो रही ने। वीकेंड का दिन है तो वीकेंड ते तुहानूं पता है कि MLA दिलजीत बराड़ साहब साडे स्टूडियो च टाइम कढ के आउंदे आ ते गलबात आपां उहनां नाल रेडियो आवाज़ दे उपर उन्हां मुद्दिआं ते करदे आ जो तुहाडे नाल किते ना किते रिलेट करते हैं, तुहाडी लाइफ नूं इंपैक्ट करते हैं तो सरकार दे बारे की चल रहा है इस बारे बड़ी डिटेल डिस्कशन होंदी है। बराड़ साहब अज फिर तुसीं टाइम कढ के आए हो, बहुत बहुत शुक्रिया तुहाडा। थैंक यू जी। बराड़ साहब गलबात आपां कर रहे सी कि बाल के अकीदत चिराग तारे मुड़ गए। सो बहुत लोग रुखसत हो रहे दुनिया तो इस कोरोना की बीमारी करके, की हालात ने कोविड के मैनीटोबा दे विच? कोविड का प्रकोप है ना जिहड़ा दिनों दिन औलख साहब वध रहा है। 400 टप गए केस इस वेले मैनीटोबा दे विच 407 केस ने ते हुण तक जिहड़े पॉजिटिव केसेस है 1064 केसेस हुण तक डिटैक्ट हो चुके हैं, जिन्हां दे विचों 643 ठीक हो गए। जी ते अनफॉर्चुनेट न्यूज़ ये है भी एक 90 साल दी माता स्टाइनबैक दे विच जिहड़ा बथेस्टा प्लेस हैगा कोई होम केयर सीगा जिहड़ा पर्सनल केयर होम, उहदे विच ये 14ਵੀਂ मौत मैनीटोबा ਦੇ ਵਿੱਚ। ਬਰਾੜ ਸਾਹਿਬ ਕਹਿੰਦੇ ਇਹ ਉਹੀ ਸਪਾਟ ਤੇ ਨਹੀਂ ਜਿੱਥੇ ਆਪਾਂ ਲਾਸਟ ਟਾਈਮ ਇੱਕ ਵਾਰੀ ਗੱਲ ਕੀਤੀ ਸੀ ਜਿਹਨੂੰ ਆਪਾਂ ਰੈੱਡ ਜ਼ੋਨ 'ਚ ਲਾਸਟ ਵੀਕ 'ਚ ਉਹਨੂੰ ਰੈੱਡ ਡਿਕਲੇਅਰ ਕੀਤਾ ਸੀ ਜੀ, ਉਸੇ ਜਗ੍ਹਾ ਤੇ ਮੌਤ ਹੋਈ ਹੈ, ਉੱਥੇ ਮੌਤ ਹੋਈ ਹੈ। ਤੇ ਇੱਕ ਹੋਰ ਨਾਲ ਰਲਦੀ ਮਿਲਦੀ ਖਬਰ ਇਹ ਹੈ ਵੀ ਇੱਕ ਰਾਈਡੀਓ ਪਾਰਕ ਪਰਸਨਲ ਕੇਅਰ ਹੋਮ ਹੈ ਬ੍ਰੈਂਡਨ ਦੇ ਵਿੱਚ, ਉਹ ਵੀ ਰੈੱਡ ਕੈਟਾਗਰੀ ਦੇ ਵਿੱਚ ਆ ਗਿਆ ਹੁਣ ਤੇ ਉੱਥੇ ਇੱਕ ਹੈਲਥ ਵਰਕਰ ਨੂੰ ਜਿਹੜਾ ਪੋਜ਼ਿਟਿਵ ਪਾਇਆ ਗਿਆ ਹੈ। ਜੀ ਬਰਾੜ ਸਾਹਿਬ ਮੌਤਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ ਪੂਰੀ ਦੁਨੀਆ ਦੇ ਵਿੱਚ। ਸਾਡੇ ਗੁਆਂਢੀ ਮੁਲਕ ਅਮਰੀਕਾ ਦਾ ਸਾਡੇ ਤੋਂ ਕਿਤੇ ਜ਼ਿਆਦਾ ਬੁਰਾ ਹਾਲ ਹੈ ਤੇ ਇਹਦੇ ਨਾਲ ਕੁਝ ਹੋਰ ਵੀ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਨੇ। ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਬਰੈਂਪਟਨ ਦੇ ਵਿੱਚ ਸੂਰਜਦੀਪ ਸਿੰਘ ਦੀ ਜਿਹੜੀ ਆ ਅਣਸੁਖਾਵੀ ਘਟਨਾ ਹੋਈ ਹੈ, ਮੌਤ ਹੋਈ ਹੈ ਜੀ। ਉਹਦੇ ਬਾਰੇ ਆਪਾਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਉਹ ਕਾਰਨ ਕੀ ਸੀ, ਹੋਇਆ ਕੀ ਤੇ ਹਾਦਸਾ ਕਿਵੇਂ ਵਾਪਰਿਆ। ਬਹੁਤੇ ਸਰੋਤਿਆਂ ਨੂੰ ਤਾਂ ਪਤਾ ਹੈ ਕਿ ਸੂਰਜਦੀਪ ਸਿੰਘ 22 ਸਾਲਾ ਨੌਜਵਾਨ ਸੀ ਜਿਹੜਾ 3 ਸਾਲ ਪਹਿਲਾਂ ਇੰਡੀਆ ਤੋਂ ਬਰੈਂਪਟਨ ਆਇਆ ਸੀ ਐਜ਼ ਅ ਸਟੂਡੈਂਟ। ਉਹ ਗੁਰੂ ਘਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ। ਦੱਸਦੇ ਆ ਕਿ ਉਹਦਾ ਰੂਟੀਨ ਸੀ, ਉਹ ਅਕਸਰ ਜਾਂਦਾ ਸੀਗਾ। ਉਹਦਾ ਚਿਹਰਾ ਮੋਹਰਾ ਵੀ ਦੱਸਦਾ ਵੀ ਉਹ ਧਾਰਮਿਕ ਖਿਆਲਾਂ ਦਾ ਸੀਗਾ ਤੇ ਉਹਨੂੰ ਕਿਸੇ ਨੇ ਰਸਤੇ ਦੇ ਵਿੱਚ ਲੁੱਟਣ ਦੀ ਕੋਸ਼ਿਸ਼ ਕੀਤੀ, ਦੋ ਨੌਜਵਾਨਾਂ ਨੇ, ਤੇ ਉਹਨੂੰ ਮਤਲਬ ਜਿਵੇਂ ਉਹ ਝਾੜੀਆਂ 'ਚ ਡਿੱਗਿਆ ਪਿਆ ਸੀ, ਉਹਨੂੰ ਜਦੋਂ ਹਸਪਤਾਲ ਲੈ ਕੇ ਗਏ ਤਾਂ ਹਸਪਤਾਲ ਵਾਲਿਆਂ ਨੇ ਡਿਕਲੇਅਰ ਕਰਤਾ ਵੀ ਡਿਸੀਜ਼ਡ ਪਹਿਲਾਂ ਹੀ ਮਰ ਚੁੱਕਿਆ ਹੈ ਨਾ। ਤਾਂ ਉਹਦੇ ਜ਼ਖਮ ਸੀਗੇ, ਉਹਨੂੰ ਜਾਂ ਲੁੱਟਣ ਦੀ ਕੋਸ਼ਿਸ਼ ਕੀਤੀ, ਚਾਕੂ ਮਾਰਿਆ। ਬੜਾ ਅਨਫਾਰਚੂਨੇਟ ਹੋਇਆ, ਮਤਲਬ ਪੇਰੈਂਟਸ ਲਈ ਬਹੁਤ ਵੱਡਾ ਲਾਸ ਹੈ, ਕਮਿਊਨਿਟੀ ਲਈ ਬਹੁਤ ਵੱਡਾ ਲਾਸ ਹੈ। ਇੰਟਰਨੈਸ਼ਨਲ ਸਟੂਡੈਂਟ ਸੀ, ਪੜ੍ਹਨ ਆਇਆ ਸੀਗਾ ਜੀ। ਤੋ ਜਦੋਂ ਅਕਸਰ ਆਪਾਂ ਵੇਖਦੇ ਹਾਂ ਜਦੋਂ ਇੰਟਰਨੈਸ਼ਨਲ ਸਟੂਡੈਂਟ ਦੀ ਡੈਥ ਹੁੰਦੀ ਹੈ ਤੇ ਉਹਦੀ ਬਾਡੀ ਨੂੰ ਉਹਦੇ ਮਾਂ ਪਿਓ ਚਾਹੁੰਦੇ ਕਿ ਇੱਕ ਵਾਰ ਲਾਸਟ ਟਾਈਮ ਉਹ ਵੇਖ ਸਕਣ ਜੀ। ਤੇ ਉਹਦੇ ਲਈ ਬਹੁਤ ਸਾਰੀਆਂ ਫੰਡ ਰੇਜ਼ਰਸ ਪਹਿਲਾਂ ਵੀ ਹੋਈਆਂ ਨੇ ਜੀ, ਕਿ ਇਹਨਾਂ ਲਈ ਵੀ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਕੋਈ ਅੱਗੇ ਆਈ ਹੈ ਜੋ ਫੰਡ ਰੇਜ਼ਰ ਕਰ ਰਹੀ ਹੈ ਕਿ ਤਾਂ ਕਿ ਬਾਡੀ ਨੂੰ ਲਾਸਟ ਟਾਈਮ ਉਹਨਾਂ ਦੇ ਮਾਂ ਬਾਪ ਦੇ ਕੋਲ ਭੇਜਿਆ ਜਾ ਸਕੇ। ਮੇਰਾ ਖਿਆਲ ਦੋ ਚੀਜ਼ਾਂ ਚੱਲ ਰਹੀਆਂ ਜੀ। ਇੱਕ ਤਾਂ ਗੋ ਫੰਡ ਮੀ ਕੈਂਪੇਨ ਚੱਲ ਰਹੀ ਹੈ ਜਿਹਦੇ 'ਚ ਮੇਰਾ ਖਿਆਲ ਸ਼ਾਇਦ $50,000 ਇਕੱਠਾ ਹੋ ਵੀ ਚੁੱਕਿਆ ਹੁਣ ਤੱਕ, ਤਾਂ ਕਿ ਉਹ ਬਾਡੀ ਭੇਜੀ ਜਾ ਸਕੇ ਤੇ ਪਰਿਵਾਰ ਨੂੰ ਹੈਲਪ ਕੀਤੀ ਜਾ ਸਕੇ। ਦੂਸਰੀ ਗੱਲ ਇੱਕ ਪਟੀਸ਼ਨ ਚੱਲ ਰਹੀ ਹੈ ਜਿਹੜਾ change.org ਤੇ ਅੱਜ ਕੱਲ੍ਹ change.org ਆਪਾਂ ਪਟੀਸ਼ਨਸ ਪਾਉਂਦੇ ਰਹਿੰਦੇ ਹਾਂ ਵੱਖ-ਵੱਖ ਮੁੱਦਿਆਂ 'ਤੇ। ਉਹਦੇ 'ਚ ਉਹਨਾਂ ਨੇ ਲਿਖਿਆ ਵੀ ਜਸਟਿਸ ਫਾਰ ਸੂਰਜਦੀਪ ਸਿੰਘ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਲੋਕ ਸਾਈਨ ਕਰਨ ਉਸ ਪਟੀਸ਼ਨ ਨੂੰ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹਿਲਾਂ ਵੀ ਸਾਈਨ ਕਰ ਚੁੱਕੇ ਆ। ਜਿਹੜੇ ਦੋ ਨੌਜਵਾਨ ਇਸ ਹਾਦਸੇ ਨਾਲ ਸੰਬੰਧਿਤ ਦੱਸੇ ਜਾਂਦੇ ਆ ਜਿਨ੍ਹਾਂ ਨੂੰ ਕਿ ਪੁਲਿਸ ਨੇ ਫੜ ਲਿਆ, ਉਹ ਇਸ ਵੇਲੇ
ਬੇਲ ਤੇ ਜ਼ਮਾਨਤ ਤੇ ਬਾਹਰ ਨੇ। ਹੁਣ ਇਹ ਚੀਜ਼ ਲੋਕਾਂ ਨੂੰ ਚੁੱਭਦੀ ਹੈ ਕਿ ਇੱਕ ਬੰਦਾ ਮਾਰ ਕੇ 2 ਜਣੇ ਜ਼ਮਾਨਤ ਤੋਂ ਬਾਹਰ ਹੈ, ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਦੱਸਿਆ ਜਾਂਦਾ ਹੈ ਨਾ, ਤੇ ਉਹਨਾਂ ਦੇ ਨਾਂ ਵੀ ਨਹੀਂ ਦੱਸੇ ਗਏ ਕਿਉਂਕਿ ਉਹ ਕਹਿੰਦੇ ਵੀ ਉਹ ਛੋਟੇ ਨੇ, ਹੈ ਨਾ। ਤੇ ਪਰ ਤੁਸੀਂ ਦੇਖੋ ਵੀ ਐਡੇ ਖਤਰਨਾਕ ਨੇ ਜੋ ਬੰਦਾ ਮਾਰ ਸਕਦੇ ਨੇ, ਉਹ ਫਿਰ ਵੀ ਖੁੱਲ੍ਹੇਆਮ ਘੁੰਮ ਰਹੇ ਨੇ। ਤੁਸੀਂ ਦੇਖੋ ਉਹ ਗੱਲ ਚੁੱਭਦੀ ਹੈ ਨਾ, ਉਹ ਪੇਨਫੁਲ ਹੈ, ਪੇਰੈਂਟਸ ਲਈ ਬਹੁਤ ਜ਼ਿਆਦਾ ਪੇਨਫੁਲ ਹੈ, ਸਾਰੇ ਭਾਈਚਾਰੇ ਲਈ ਪੇਨਫੁਲ ਹੈ, ਤੇ ਆਪਣੇ ਸਾਰਿਆਂ ਲਈ ਹੀ ਪੇਨਫੁਲ ਹੈ ਕਿਉਂਕਿ ਇੱਕ ਨੌਜਵਾਨ ਦਾ ਇਸ ਦੁਨੀਆ ਤੋਂ ਤੁਰ ਜਾਣਾ ਜਿਹਨੇ ਕੀ ਕੁਛ ਕਰਨਾ ਸੀ, ਕਿੰਨੇ ਸੁਪਨੇ ਲੈ ਕੇ ਇੱਥੇ ਆਇਆ ਸੀ। ਤੇ ਇਹ ਗੱਲ ਕੱਲ੍ਹ ਨੂੰ ਮੇਰੇ ਬੱਚੇ ਨਾਲ ਵੀ ਹੋ ਸਕਦੀ ਹੈ, ਤੁਹਾਡੇ ਨਾਲ ਵੀ ਹੋ ਸਕਦੀ ਹੈ, ਤੁਹਾਡੇ ਬੱਚੇ ਨਾਲ ਵੀ ਹੋ ਸਕਦੀ ਹੈ, ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਵੀ ਕਿਸੇ ਜਾਣ ਪਛਾਣ ਦੇ ਬੰਦੇ ਨਾਲ ਹੋ ਸਕਦੀ ਹੈ। ਸੋ ਦਿਸ ਹੈਜ਼ ਟੂ ਸਟਾਪ। ਅਕਸਰ ਬਰਾੜ ਸਾਹਿਬ ਤੁਸੀਂ ਕਹਿੰਦੇ ਹੋ ਕਿ ਆਵਾਜ਼ ਚੁੱਕਣੀ ਜ਼ਰੂਰੀ ਹੈ, ਆਵਾਜ਼ ਚੁੱਕੋਗੇ ਤਾਂ ਹੀ ਗੱਲ ਬਣਨੀ ਹੈ। ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੁੰਦੇ ਤੇ ਆਪ ਆਵਾਜ਼ ਬਣਨਾ ਚਾਹੀਦੀ, ਸਾਨੂੰ ਆਪਣੀ ਆਵਾਜ਼ ਜਿਹੜੀ ਆ ਬੁਲੰਦ ਕਰਨੀ ਚਾਹੀਦੀ ਹੈ। ਚਾਹੇ ਉਹ ਬਰੈਂਪਟਨ ਦੇ ਵਿੱਚ ਹਾਦਸਾ ਵਾਪਰਿਆ, ਸਾਨੂੰ ਸਾਰਿਆਂ ਅੱਗੇ ਜਿਹੜੇ ਵੀ ਸਾਡੇ ਲਿਸਨਰਸ ਨੇ ਆਪਾਂ ਬੇਨਤੀ ਕਰਦੇ ਹਾਂ ਕਿ ਤੁਸੀਂ ਉਸ ਪਟੀਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਦੇ ਉੱਤੇ ਜ਼ਰੂਰ ਆਪਣੇ ਵਿਚਾਰ ਦਿਓ, ਤੇ ਜੇ ਹੋ ਸਕੇ ਤੇ ਤੁਸੀਂ ਜਿਹੜਾ ਉਹ ਫੰਡ ਰੇਜ਼ਰ ਕਰ ਰਹੇ ਨੇ ਉਹਦੇ ਵੱਲ ਵੀ ਤੁਸੀਂ ਧਿਆਨ ਦਿਓ। ਬਰਾੜ ਸਾਹਿਬ, ਇਹ ਸੀ ਬੜੀ ਅਣਸੁਖਾਵੀ ਘਟਨਾ ਜੀ। ਵਿਨੀਪੈਗ ਦੇ ਵਿੱਚ ਵੀ ਕ੍ਰਾਈਮ ਰੇਟ ਦਿਨੋਂ ਦਿਨ ਵੱਧ ਰਿਹਾ। ਹਾਂਜੀ, ਬਹੁਤ ਸਾਰੀਆਂ ਘਟਨਾਵਾਂ ਆਏ ਦਿਨ ਵੇਖਣ ਨੂੰ ਮਿਲਦੀਆਂ ਨੇ। ਸੋ ਕੀ ਸਰਕਾਰ ਕੋਈ ਨਵੀਂ ਪਾਲਿਸੀ, ਬਿਕਾਜ਼ ਮੈਨੂੰ ਲੱਗਦਾ ਕਿ ਡੈਸਪਰੇਟ ਹੋ ਰਹੇ ਆ ਲੋਕ, ਕਿਉਂਕਿ ਕੰਮਕਾਰ ਕਈਆਂ ਦੇ ਬਹੁਤ ਘੱਟ ਗਏ। ਆਪਾਂ ਪਿਛਲੇ ਗੱਲ ਵੀ ਕੀਤੀ ਸੀਗੀ ਕਿ ਕਈ ਕਮਿਊਨਿਟੀ ਦੇ ਕਈ ਇਹੋ ਜਿਹੇ ਪ੍ਰੋਫੈਸ਼ਨਲ ਆ ਜਿਨ੍ਹਾਂ ਦੇ ਕੰਮ ਵੱਧ ਗਏ ਤੇ ਕਈ ਘੱਟ ਗਏ, ਕਈ ਸੇਵਿੰਗਸ ਕਰ ਗਏ, ਪਰ ਕਿਤੇ ਨਾ ਕਿਤੇ ਇਹ ਡੈਸਪਰੇਸ਼ਨ ਤਾਂ ਨਹੀਂ ਜਿਹੜੀ ਲੋਕ ਆਪਣੀ ਲੁੱਟਾਂ ਖੋਹਾਂ ਵੱਲ ਵੱਧ ਰਹੇ ਨੇ। ਦੇਖੋ ਇਹ ਬਹੁਤ ਜ਼ਿਆਦਾ ਕਨੈਕਟਡ ਚੀਜ਼ ਹੈ। ਜਦੋਂ ਆਪਾਂ ਕਿਸੇ ਚੀਜ਼ ਨੂੰ ਕਹਿੰਦੇ ਹਾਂ ਨਾ ਕ੍ਰਾਈਮ ਹੈ, ਤਾਂ ਕ੍ਰਾਈਮ ਅਤੇ ਮੈਂਟਲ ਹੈਲਥ ਨੂੰ ਹਮੇਸ਼ਾ ਜੋੜਿਆ ਜਾਂਦਾ ਹੈ ਨਾ। ਤੁਸੀਂ ਅੱਗੇ ਆਪਾਂ ਗੱਲਾਂ ਬਾਤਾਂ ਪਹਿਲਾਂ ਵੀ ਕਰਦੇ ਸੀ, ਭਾਵੇਂ ਸਟੂਡੈਂਟਸ ਦੀਆਂ ਕਰਦੇ ਸੀ, ਯੂਥ ਦੀਆਂ ਕਰਦੇ ਸੀ, ਜਿਹੜੇ ਕ੍ਰਾਈਮ ਦੇ ਵਿੱਚ ਪੈ ਜਾਂਦੇ ਨੇ ਉਹ ਮਾਨਸਿਕ ਤੌਰ ਤੇ ਕਿੰਨੇ ਕੁ ਦੁਖੀ ਨੇ ਜੀ। ਹੋ ਸਕਦਾ ਉਹਨਾਂ ਕੋਲ ਰਹਿਣ ਨੂੰ ਪ੍ਰੋਪਰ ਸਪੇਸ ਨਾ ਹੋਵੇ, ਹੋ ਸਕਦਾ ਉਹ ਐਜੂਕੇਸ਼ਨਲੀ ਕੁਆਲੀਫਾਈਡ ਪ੍ਰੋਪਰ ਨਾ ਹੋਣ, ਹੋ ਸਕਦਾ ਉਹਨਾਂ ਦੇ ਮਾਪਿਆਂ ਦਾ ਘਰੇ ਕੋਈ ਡਿਸਪਿਊਟ ਹੋਵੇ, ਹੋ ਸਕਦਾ ਉਹਨਾਂ ਦਾ ਕੋਈ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਡਿਸਪਿਊਟ ਹੋਇਆ ਹੋਵੇ, ਹੋ ਸਕਦਾ ਉਹਨਾਂ ਨੂੰ ਕਿਸੇ ਚੀਜ਼ ਦੀ ਐਡਿਕਸ਼ਨ ਹੋਵੇ, ਤੋੜ ਲੱਗੀ ਹੋਵੇ, ਜਿਹੜੇ ਮੈਂਟਲ ਹਾਲਾਤ ਦੇ ਵਿੱਚ ਉਹ ਕੋਈ ਕਤਲ ਕਰ ਦਿੰਦੇ ਆ ਜਾਂ ਕਿਸੇ 'ਤੇ ਅਟੈਕ ਕਰ ਦਿੰਦੇ ਆ। ਸੋ ਇਹ ਚੀਜ਼ਾਂ ਜੁੜੀਆਂ ਨੇ। ਸਰਕਾਰਾਂ ਨੂੰ ਦੇਖਣਾ ਚਾਹੀਦਾ ਕਿ ਜਿਹੜੇ ਸੋਸ਼ਲ ਪ੍ਰੋਗਰਾਮਸ ਨੇ ਜੇ ਉਹਨਾਂ 'ਤੇ ਤੁਸੀਂ ਜ਼ਿਆਦਾ ਇਨਵੈਸਟ ਕਰੋਗੇ ਤਾਂ ਹੋ ਸਕਦਾ ਤੁਹਾਨੂੰ ਪੁਲਿਸ ਦੇ ਖਰਚੇ ਤੁਹਾਡੇ ਘੱਟ ਜਾਣ। ਬਰਾੜ ਸਾਹਿਬ, ਇੱਕ ਗੱਲ ਬਹੁਤ ਜ਼ਰੂਰੀ ਹੈ ਇੱਥੇ ਨਾ, ਇਹ ਚੇਤਾ ਆ ਗਿਆ ਮੈਨੂੰ ਜਾਂ ਮੇਰੇ ਦਿਮਾਗ 'ਚ ਆ ਗਈ ਕਿ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਗੱਲ ਆ ਕਿ LMIA ਜਦੋਂ ਕਲੋਜ਼ਡ ਵਰਕ ਪਰਮਿਟ 'ਤੇ ਬੰਦਾ ਓਵਰਸੀਜ਼ ਤੋਂ ਕੈਨੇਡਾ ਆਉਂਦਾ ਹੈ ਤੇ ਜਦ ਤੱਕ ਉਹ ਕੈਨੇਡਾ ਦਾ ਜਾਂ ਕੈਨੇਡਾ ਦਾ ਲਾਇਸੈਂਸ ਨਹੀਂ ਲੈਂਦਾ ਜਾਂ ਉਸ ਪ੍ਰੋਵਿੰਸ ਦਾ ਤੇ ਉਹਨੂੰ ਕੰਮ ਨਹੀਂ ਮਿਲਦਾ, ਤਦ ਤੱਕ ਉਹਦੇ ਹਾਲਾਤ ਬਹੁਤ ਬੁਰੇ ਹੁੰਦੇ ਆ। ਇਸ ਬਾਰੇ ਚਰਚਾ ਕਰਾਂਗੇ ਜੀ, ਟਰੱਕਿੰਗ ਇੰਡਸਟਰੀ ਦੇ ਬਾਰੇ ਤੇ ਕੀ ਹੱਲ ਹੋ ਸਕਦੇ ਆ ਤੇ ਤੁਸੀਂ ਕਿਵੇਂ ਉਹਨਾਂ ਦੀ ਹੈਲਪ ਕਰ ਸਕਦੇ ਹੋ, ਨਾ ਕਿਵੇਂ ਉਹਨਾਂ ਨਾਲ ਖੜ ਸਕਦੇ ਹੋ, ਇਸ ਬਾਰੇ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ ਕਿਉਂਕਿ ਆਪਾਂ ਜਿਹੜੇ ਸਪਾਂਸਰਸ ਆ ਇਹਨਾਂ ਦਾ ਨਾਂ ਲੈਣਾ ਵੀ ਜ਼ਰੂਰੀ ਹੈ, ਇਹਨਾਂ ਦੇ ਸਿਰ 'ਤੇ ਜਿਹੜਾ ਪ੍ਰੋਗਰਾਮਸ ਆ ਉਹ ਚੱਲਦੇ ਆ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਗੱਲ ਕਰਾਂਗੇ ਕਿ ਟਰੱਕਿੰਗ ਦੇ ਵਿੱਚ ਜੇ ਤੁਹਾਨੂੰ LMIA ਮਿਲਦੀ ਹੈ ਤੇ ਉਹਦੇ ਵਿੱਚ ਜੋ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੇ ਬਾਰੇ ਕਿਵੇਂ ਉਸ ਆਵਾਜ਼ ਉਠਾਈ ਜਾ ਸਕਦੀ ਹੈ। ਪਿਆਰ ਦੇ ਸਾਜ਼ ਤੇ ਦਿਲ ਦੀਆਂ ਖੁਸ਼ੀਆਂ ਦੀ ਆਵਾਜ਼, ਰੇਡੀਓ ਆਵਾਜ਼ 96.9 FM। ਰੇਡੀਓ ਆਵਾਜ਼ ਤੇ ਗੱਲਬਾਤ ਚੱਲ ਰਹੀ ਹੈ MLA ਦਿਲਜੀਤ ਬਰਾੜ ਸਾਹਿਬ ਦੇ ਨਾਲ। ਇਹਨਾਂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ, ਤੁਹਾਡਾ ਕੋਈ ਸਲਾਹ ਮਸ਼ਵਰਾ ਕਰਨਾ ਹੈ ਤਾਂ ਹਰ ਟਾਈਮ ਅਵੇਲੇਬਲ ਨੇ। ਤੁਹਾਡੇ ਜਿਹੜੇ ਸੰਦੇਸ਼ ਆ ਇਹਨਾਂ ਤੱਕ ਪਹੁੰਚ ਸਕਦੇ ਨੇ। ਇੱਕ ਮੈਸੇਜ ਰੇਡੀਓ ਆਵਾਜ਼ ਦੇ ਉੱਪਰ ਚੱਲਦਾ ਹੈ ਟਾਈਮ ਟੂ ਟਾਈਮ ਤੇ ਇਸ ਪ੍ਰੋਗਰਾਮ ਵਿੱਚ ਵੀ ਚੱਲੇਗਾ। ਤੁਸੀਂ ਇਹਨਾਂ ਤੋਂ ਇਹਨਾਂ ਦੀ ਕੰਟੈਕਟ ਇਨਫੋਰਮੇਸ਼ਨ ਲੈ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਤੁਹਾਨੂੰ ਜਿਹੜਾ ਜਵਾਬ ਹੈ ਉਹ ਜ਼ਰੂਰ ਦੇਣਗੇ, ਇਹ ਮੇਰਾ ਤੁਹਾਨੂੰ ਯਕੀਨ ਮੈਂ ਦਵਾਉਣਾ। ਬਰਾੜ ਸਾਹਿਬ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਟਰੱਕਿੰਗ ਇੰਡਸਟਰੀ ਜਿਹੜੀ ਬਹੁਤ ਵੱਡੀ ਬੈਕਬੋਨ ਇੰਡਸਟਰੀ ਹੈ ਆਪਣੀ ਕੈਨੇਡਾ ਦੀ, ਅਤੇ ਮੈਨੀਟੋਬਾ ਦੀ ਖਾਸ ਕਰਕੇ ਕਾਫੀ ਜ਼ਿਆਦਾ ਟਰੱਕਿੰਗ ਨਾਲ ਰਿਲੇਟਡ ਜੌਬਸ ਨੇ, ਕੰਪਨੀਜ਼ ਵੀ ਕਾਫੀ ਨੇ ਇੱਥੇ। ਸੋ ਗੱਲ ਆਉਂਦੀ ਹੈ ਜੀ LMIA ਲੈ ਕੇ ਬੰਦਾ ਇੱਥੇ ਆ ਗਿਆ ਜੀ, ਉਹਨੂੰ ਹੁਣ ਤਾਂ ਲਾਇਸੈਂਸ ਬਣਦੇ ਨਹੀਂ ਪਏ, ਟਾਈਮ ਬਹੁਤ ਲੱਗ ਰਿਹਾ। ਜਿਹੜੀਆਂ ਪੁਰਾਣੀਆਂ ਅਪਾਇੰਟਮੈਂਟ ਸੀਗੀਆਂ ਉਹਨਾਂ ਉੱਤੇ ਹੀ ਗੱਲ ਚਲੀ ਜਾਂਦੀ ਹੈ। ਹੁਣ ਅੱਗੇ ਜੇ ਕਿਸੇ ਨੇ ਆ ਕੇ ਲਾਇਸੈਂਸ ਲੈਣਾ ਹੈ ਤਾਂ ਉਹਨੂੰ 2, 4, 5 ਮਹੀਨੇ ਜਾਂ 6 ਮਹੀਨੇ ਲੱਗ ਜਾਂਦੇ ਆ। ਉਹ ਕਲਾਸ 5 ਲਊਗਾ ਜੀ, ਪਹਿਲਾਂ ਟੈਸਟ ਦਊਗਾ, ਫਿਰ ਲਰਨ ਚਲਾ ਗਿਆ, ਫਿਰ ਉਸ ਕਲਾਸ 5 ਲਊਗਾ, ਰੋਡ ਟੈਸਟ ਦਊਗਾ, ਫਿਰ ਏਅਰ ਬ੍ਰੇਕ ਹੋਊਗਾ, ਸਾਰਾ ਕੁਛ ਕਰਨਾ ਪੈਂਦਾ ਹੈ। ਸੋ 6 ਤੋਂ 8 ਮਹੀਨੇ ਉਹ ਕਮ ਸੇ ਕਮ ਜਿਹੜਾ ਆ ਉਹ ਫ੍ਰੀ ਰਹਿੰਦਾ ਹੈ। ਸੋ ਇਹਦੇ ਬਾਰੇ ਮਤਲਬ ਆਪਾਂ ਕੀ ਗੱਲ ਕਰ ਸਕਦੇ ਹਾਂ? ਦੇਖੋ, ਮੈਂ ਤੁਹਾਨੂੰ ਅਪਡੇਟ ਦੇ ਦਿੰਦਾ ਕਿ ਟਰੱਕਿੰਗ ਦੇ ਜਿਹੜੇ ਇੰਪਲੋਇਰਸ
ਕੰਪਨੀਆਂ ਦੇ ਮਾਲਕ ਤੁਸੀਂ ਕਹਿ ਲਓ ਨਾ, 2-4 ਮਤਲਬ ਸੱਜਣਾ ਨਾਲ ਮੇਰੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਬੜਾ ਸੀਰੀਅਸ ਇਸ਼ੂ ਜਿਹੜਾ ਮੇਰੇ ਨਾਲ ਸਾਂਝਾ ਕੀਤਾ। ਉਹ ਕਹਿੰਦੇ ਵੀ ਅਸੀਂ ਵੀ ਆਰ ਫੇਸਿੰਗ ਅ ਬਿਗ ਪ੍ਰੋਬਲਮ, ਕਿਉਂਕਿ ਜਿਹੜਾ ਲੌਂਗ ਹਾਲ ਟਰੱਕ ਡਰਾਈਵਰਸ ਨੇ ਨਾ ਉਹਨਾਂ ਦੀ ਕੈਨੇਡਾ ਦੇ ਵਿੱਚ ਅਜੇ ਵੀ ਘਾਟ ਹੈ ਕਿਉਂਕਿ ਇੰਡਸਟਰੀ ਐਡੀ ਵੱਡੀ ਹੈ। ਤਾਂ ਉਹ ਕੀ ਕਹਿੰਦੇ ਆ ਵੀ ਸਾਨੂੰ ਫੋਰਨ ਵਰਕਰਸ ਲਿਆਉਣੇ ਪੈਂਦੇ। ਹੁਣ ਫੋਰਨ ਵਰਕਰ ਕਿਸੇ ਵੀ ਮੁਲਕ ਤੋਂ ਲਿਆਂਦਾ, ਉਹਦਾ ਜਿਹੜਾ ਵਰਕ ਪਰਮਿਟ ਹੈ, ਪਹਿਲਾਂ ਉਹਦਾ ਵੀਜ਼ਾ, ਫਿਰ ਉਹਦਾ ਵਰਕ ਪਰਮਿਟ, ਲੰਮਾ ਸਮਾਂ ਮਤਲਬ ਉਹਦੇ 'ਤੇ ਲੱਗਦਾ ਪਹਿਲਾਂ ਹੀ, ਠੀਕ ਹੈ। ਚਲੋ ਜੀ, ਵਰਕ ਪਰਮਿਟ ਵੀ ਹੋ ਗਿਆ, ਵੀਜ਼ਾ ਵੀ ਹੋ ਗਿਆ। ਉਹ ਵਰਕ ਪਰਮਿਟ ਹੈ ਵੀ ABC ਟਰੱਕਿੰਗ ਫॉर ਐਗਜ਼ਾਮਪਲ ਕਿਸੇ ਕੰਪਨੀ ਦਾ ਨਾਂ ਹੈ ਤੇ ABC ਕਿਸੇ ਬੰਦੇ ਦਾ ਨਾਂ ਹੈ, ਉਹ ਉਸ ਕੰਪਨੀ ਦਾ ਬੌਂਡਡ ਵਰਕ ਪਰਮਿਟ 'ਤੇ ਆ ਗਿਆ ਕਿ ਤੁਸੀਂ ਉਸ ਕੰਪਨੀ ਨਾਲ ਜਾ ਕੇ ਕੰਮ ਕਰਨਾ ਹੈ। ਬੰਦਾ ਉੱਤੇ ਆਇਆ, ਪ੍ਰੈਕਟੀਕਲੀ ਦੇਖੋ, ਏਅਰਪੋਰਟ ਤੋਂ ਲੈ ਆਂਦਾ, ਉਹਨੂੰ ਅਕੋਮੋਡੇਸ਼ਨ ਦੇਤੀ। ਹੁਣ ਪ੍ਰੋਸੀਜਰ ਸ਼ੁਰੂ ਹੁੰਦਾ ਲਾਇਸੈਂਸਿੰਗ ਦਾ। ਉਹਨੂੰ ਪਹਿਲਾਂ ਕਲਾਸ 5 ਦਾ ਲਾਇਸੈਂਸ ਲੈਣਾ ਪੈਂਦਾ, ਨੌਲੇਜ ਟੈਸਟ ਕਲਾਸ 5, ਉਸ ਤੋਂ ਬਾਅਦ ਫਿਰ ਨੌਲੇਜ ਟੈਸਟ, MLT ਪੂਰੇ ਕਰਨੇ, ਕਲਾਸ 1 ਤੇ MELT ਜਿਹੜਾ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਮੈਨੀਟੋਬਾ ਐਂਟਰੀ ਲੈਵਲ ਟ੍ਰੇਨਿੰਗ ਔਰ ਮੈਂਡੇਟੋਰੀ ਐਂਟਰੀ ਲੈਵਲ ਟ੍ਰੇਨਿੰਗ। 232 ਘੰਟੇ ਮੇਰੇ ਖਿਆਲ ਮਿਨੀਮਮ ਉਹਨਾਂ ਨੂੰ ਕਰਨਾ। ਹਾਂਜੀ, ਮੇਰਾ ਖਿਆਲ 120 ਸੀ ਜਾਂ ਉਸ ਤੋਂ ਬਾਅਦ ਦੋ ਤਰ੍ਹਾਂ ਦੀ ਇਹ ਟ੍ਰੇਨਿੰਗ ਹੈ ਜੀ, ਠੀਕ ਹੈ ਜੀ। ਹੁਣ ਉਹ ਜਿਹੜਾ ਸਾਰਾ ਪ੍ਰੋਸੀਜਰ ਹੈ ਨਾ, ਉਹ ਪ੍ਰੋਸੀਜਰ ਚਲੋ 10, 15, 20 ਦਿਨ, ਮਹੀਨਾ, 1.5 ਮਹੀਨਾ, 2 ਮਹੀਨੇ ਕੋਈ ਬੰਦਾ ਅਫੋਰਡ ਕਰਦਾ। ਇੱਕ ਪਾਸੇ ਤਾਂ ਇੰਪਲੋਇਰ ਵੇਟ ਕਰ ਰਿਹਾ ਕਿ ਮੈਂ ਬੰਦਾ ਇੰਨੀ ਦੂਰੋਂ ਮਿਹਨਤ ਨਾਲ ਮੰਗਵਾਇਆ ਤੇ ਮੈਨੂੰ ਮੇਰਾ ਟਰੱਕ ਖਾਲੀ ਵੇਟ ਕਰ ਰਿਹਾ, ਇਸ ਬੰਦੇ ਨੇ ਟਰੱਕ ਦੇ ਹੈਂਡਲ ਤੇ ਜਾ ਕੇ ਬਹਿਣਾ। ਪਰ ਔਲਖ ਸਾਹਿਬ ਤੁਸੀਂ ਹੈਰਾਨ ਹੋ ਜਾਓਗੇ, 6 ਤੋਂ 8 ਮਹੀਨੇ ਉਹ ਬੰਦਾ ਕੰਮ ਨਹੀਂ ਕਰਦਾ, ਘਰੇ ਬੈਠਾ ਰਹਿੰਦਾ ਕਿਉਂਕਿ ਹੋਰ ਕੋਈ ਕੰਮ ਨਹੀਂ ਕਰ ਸਕਦਾ, ਲਾਇਸੈਂਸ ਹੈ ਨਹੀਂ। ਤੇ 6 ਤੋਂ 8 ਮਹੀਨੇ, ਉਹਦਾ 2 ਸਾਲ ਦਾ ਵਰਕ ਪਰਮਿਟ ਹੈ, 8 ਮਹੀਨੇ ਵਿੱਚੋਂ ਕੱਢ ਦਿਓ ਜੀ, ਪਿੱਛੇ ਕੀ ਬਚਿਆ? 1.5 ਸਾਲ ਵੀ ਨਹੀਂ ਬਚਿਆ। ਸੋ 1.25 ਸਾਲ ਉਹ ਕੰਮ ਕਰਦਾ ਹੈ। ਤਾਂ ਉਹਦੇ ਜਿਹੜੇ ਐਕਸਪੈਂਸਿਸ ਨੇ, ਉਹ ਐਕਸਪੈਂਸਿਸ ਜਾਂ ਤਾਂ ਟਰੱਕਿੰਗ ਕੰਪਨੀ ਚੱਲੂਗੀ ਜਾਂ ਉਹ ਆਪਦੇ ਸਿਰੋਂ ਚੱਲੂਗਾ। ਜਿਹੜਾ ਆਪਦੇ ਸਿਰੋਂ ਚੱਲੂਗਾ ਉਹ ਕਿਵੇਂ ਚੱਲੂਗਾ, ਕਿਉਂਕਿ ਉਹਦੀ ਕੋਈ ਇਨਕਮ ਨਹੀਂ ਹੈਗੀ। ਸੋ ਇਹਦਾ ਇਲਾਜ ਕੀ ਹੈ ਫਿਰ? ਇਹਦਾ ਇਲਾਜ ਇਹ ਹੈ ਕਿ ਜਿਹੜਾ MPI ਦਾ ਜਿਹੜਾ ਸਿਸਟਮ ਹੈ ਨਾ, ਉਹਦੇ 'ਚ ਵੇਟਿੰਗ ਨੂੰ ਘਟਾਇਆ ਜਾਵੇ ਜਾਂ ਇਹ ਕੀਤਾ ਜਾਵੇ ਵੀ ਕਿਉਂਕਿ ਟਰੱਕਿੰਗ ਇੰਡਸਟਰੀ ਹੈ, ਸਾਡੀ ਇਕੋਨਮੀ ਨੂੰ ਇੰਨਾ ਜ਼ਿਆਦਾ ਬੂਸਟ ਕਰਦੀ ਹੈ, ਸਪੋਰਟ ਕਰਦੀ ਹੈ, ਤਾਂ ਕੁਛ ਸਲੋਟ ਟਰੱਕਿੰਗ ਲਈ ਪਰਮਾਨੈਂਟ ਰਿਜ਼ਰਵ ਕੀਤੇ ਜਾ ਸਕਦੇ ਆ ਜਾਂ MPI ਉਹਨਾਂ ਨੂੰ ਪ੍ਰਾਇਰਟਾਈਜ਼ ਕਰ ਸਕਦੀ ਹੈ। ਸੋ ਮੈਂ ਆਪਣੇ ਵੱਲੋਂ ਜੋ ਕਰ ਸਕਦਾ ਸੀ, ਮੈਂ ਜਿਹੜਾ ਮਿਨਿਸਟਰ ਵਾਰਟਨ ਹੈਗੇ ਆ, ਮਿਨਿਸਟਰ ਆਫ ਕਰਾਊਨ ਸਰਵਿਸਿਜ਼, ਉਹਨਾਂ ਨੂੰ ਮੈਂ ਪਰਸੋਂ ਚੌਥੇ ਚਿੱਠੀ ਲਿਖੀ ਹੈ 24 ਅਗਸਤ ਨੂੰ। ਉਹਦੇ ਵਿੱਚ ਮੈਂ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੇ ਪ੍ਰੋਵਿੰਸ਼ੀਅਲ ਰਿਸੋਰਸਿਸ ਨੇ ਇਸ ਪਾਸੇ ਨੂੰ ਹੋਰ ਲਾਓ ਤਾਂ ਕਿ ਅਸੀਂ ਆਪਣੇ ਟਰੱਕਰ ਜਿਹੜੇ ਵੀਰ ਨੇ, ਸਾਡੀਆਂ ਟਰੱਕਿੰਗ ਕੰਪਨੀਜ਼ ਨੇ, ਉਹਨਾਂ ਨੂੰ ਸਪੋਰਟ ਕਰ ਸਕੀਏ। ਮੈਨੀਟੋਬਾ ਦਾ ਜਿਹੜਾ ਗੈਪ ਹੈ, ਜਿਹੜਾ ਇੰਪਲੋਈਜ਼ ਦਾ ਗੈਪ ਹੈ, ਵਰਕਰਸ ਦਾ ਗੈਪ ਹੈ, ਉਹਨੂੰ ਫਿਲ ਕੀਤਾ ਜਾ ਸਕੇ ਵਿਦਾਊਟ ਕੰਪਰੋਮਾਈਜ਼ਿੰਗ ਐਨੀ ਸੇਫਟੀ। ਸੋ ਮਤਲਬ ਇਹ ਹੈ ਕਿ ਜਿਹੜੀ ਇੰਡਸਟਰੀ ਪਹਿਲਾਂ ਹੀ ਬਹੁਤ ਨਾਜ਼ੁਕ ਦੌਰ ਗੁਜ਼ਰ ਰਹੀ ਹੈ ਤੇ ਉਹਨੂੰ ਹੋਰ ਥੋੜ੍ਹਾ ਜਿਹੀ ਸਪੋਰਟ ਦੀ ਲੋੜ ਹੈ। ਇਸ ਟਾਈਮ ਤੁਸੀਂ ਆਪਣੇ ਵੱਲੋਂ ਐਫਰਟ ਇਹ ਕਰ ਦਿੱਤਾ ਕਿ ਤੁਸੀਂ ਇੱਕ ਲੈਟਰ ਜਿਹੜੀ ਆ ਉਹ ਕਰਾਊਨ ਸਰਵਿਸਿਜ਼ ਦੇ ਜਿਹੜੇ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਭੇਜ ਦਿੱਤੀ ਹੈ। ਕੋਈ ਰਿਵਰਟ ਆਇਆ ਜੀ ਹੁਣ ਤੱਕ? ਨਹੀਂ, ਅਜੇ ਤੱਕ ਨਹੀਂ ਆਇਆ ਕਿਉਂਕਿ ਮੈਂ 24 ਤਰੀਕ ਨੂੰ ਭੇਜੀ ਸੀ, ਪਰਸੋਂ ਭੇਜੀ ਸੀ। ਸੋ ਆਈ ਐਕਸਪੈਕਟ ਅ ਪੋਜ਼ਿਟਿਵ ਰਿਸਪੌਂਸ। ਜੇ ਨਹੀਂ ਹੋਇਆ ਤਾਂ ਆਪਾਂ ਫੋਲੋ ਅਪ ਕਰਾਂਗੇ। ਤੇ ਕਮਿਊਨਿਟੀ ਦੀ ਜਾਣਕਾਰੀ ਲਈ, ਜਿਹੜੇ ਟਰੱਕਿੰਗ ਨਾਲ ਸੰਬੰਧਿਤ ਦੋਸਤ ਨੇ ਉਹਨਾਂ ਦੀ ਜਾਣਕਾਰੀ ਲਈ ਮੀਡੀਆ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ। ਤੇ ਨਾਲ ਮੈਂ ਇਹ ਬੇਨਤੀ ਵੀ ਕਰ ਰਿਹਾ ਕਿ ਇਸ ਇਸ਼ੂ ਬਾਰੇ ਹੋਰ ਮਾਈਨਰ ਡਿਟੇਲਸ ਜਿਹੜੀਆਂ ਕਿ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਟਰੱਕਿੰਗ ਨਾਲ ਸੰਬੰਧਿਤ ਨਹੀਂ, ਉਹ ਤੁਸੀਂ ਸਾਨੂੰ ਫੋਨ ਕਰਕੇ ਜਾਂ ਮੇਰੇ ਦਫ਼ਤਰ ਜਾਂ ਰੇਡੀਓ 'ਤੇ ਫੋਨ ਕਰਕੇ ਸਾਨੂੰ ਦੱਸਣਾ ਹੈ ਕਿ ਹੋਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੈ ਤੇ ਹੋਰ ਮੈਂ ਤੁਹਾਡੇ ਲਈ ਕੀ ਕਰ ਸਕਦਾ ਤੇ ਇਸ ਪਾਸੇ ਨੂੰ ਹੋਰ ਕੀ ਕੀਤਾ ਜਾ ਸਕਦਾ, ਅਸੀਂ ਰਲ ਮਿਲ ਕੇ ਕੀ ਕਰ ਸਕਦੇ। ਬਰਾੜ ਸਾਹਿਬ, ਮੈਂ ਆਪਣੇ ਮੂੰਹ ਤੇ 2 ਵਾਰੀ ਸੱਦਾ ਦਿੱਤਾ ਕਿ ਤੁਹਾਨੂੰ ਕਾਲ ਕਰ ਸਕਦੇ ਆ, ਤੁਸੀਂ ਵੀ ਇੱਕ ਵਾਰੀ ਆਪਣਾ ਨੰਬਰ ਜ਼ਰੂਰ ਦਿਓ ਤਾਂ ਕਿ ਤੁਹਾਡੇ ਨਾਲ ਜੇ ਕਿਸੇ ਨੇ ਗੱਲਬਾਤ ਕਰਨੀ ਹੈ ਤੇ ਉਹ ਤੁਹਾਡੇ ਨਾਲ ਬੈਠ ਕੇ ਡਿਸਕਸ ਕਰ ਸਕੇ। ਕੋਈ ਵੀ ਪ੍ਰੋਬਲਮ ਆ, ਰਿਗਾਰਡਲੈਸ ਇਹ ਨਹੀਂ ਕਿ ਤੁਸੀਂ ਸਿਰਫ ਟਰੱਕਿੰਗ ਦੀ ਪ੍ਰੋਬਲਮ ਡਿਸਕਸ ਕਰਨੀ ਹੈ, ਹੋਰ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਵਰਕ ਪਰਮਿਟ ਤੇ ਹੋਰ ਜੌਬ ਨਹੀਂ ਮਿਲ ਰਹੀ, ਜਾਂ ਤੁਸੀਂ ਕੋਈ ਵੀ ਸਲਾਹ ਲੈਣੀ ਹੈ ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। ਬਰਾੜ ਸਾਹਿਬ, ਇੱਕ ਨੰਬਰ ਇੱਕ ਵਾਰੀ ਆਪਣਾ ਜੀ 204 415 7621 204 415 7621 ਦੇ ਉੱਪਰ ਤੁਸੀਂ ਗੱਲਬਾਤ ਬਰਾੜ ਸਾਹਿਬ ਦੇ ਨਾਲ ਕਰ ਸਕਦੇ ਹੋ ਤੇ ਤੁਹਾਡੇ ਸਮੱਸਿਆ ਸੁਣੀ ਜਾਊਗੀ ਤੇ ਪ੍ਰੋਪਰਲੀ ਗਾਈਡੈਂਸ ਵੀ ਕਰਨਗੇ ਤੇ ਜੋ ਹੈਲਪ ਕਰ ਸਕਦੇ ਹੋਣ ਉਹ ਵੀ ਜ਼ਰੂਰ ਕੀਤੀ ਜਾਏਗੀ। ਬ੍ਰੇਕ ਤੋਂ ਬਾਅਦ ਇੱਕ ਹੋਰ ਬੜਾ ਇੰਪੋਰਟੈਂਟ ਜਿਹੜਾ ਮੁੱਦਾ ਹੈ ਆਪਾਂ ਡਿਸਕਸ ਕਰਨਾ ਹੈ। ਬਰਾੜ ਸਾਹਿਬ ਚਾਈਲਡ ਕੇਅਰ ਦੀ ਇੱਕ ਫੰਡਿੰਗ ਦੀ ਕਾਫੀ ਸਾਰੇ MLAs MPs ਦੀ ਜਿਹੜੀ ਪੋਸਟ ਵੇਖ ਰਹੇ ਹਾਂ,
ਉਹ ਬਹੁਤ ਸ਼ੇਅਰ ਹੋ ਰਿਹਾ ਕਿ ਬੜੀ ਵੱਡੀ ਗ੍ਰਾਂਟ ਜਿਹੜੀ ਅਲਾਟ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਜਾਣਨਾ ਚਾਹਾਂਗੇ ਕਿ ਇੰਨੀ ਵੱਡੀ ਗ੍ਰਾਂਟ ਸਰਕਾਰ ਨੇ ਜਿਹੜੀ ਦਿੱਤੀ ਹੈ ਉਹ ਕਿਸ ਕੰਮ ਲਈ ਦਿੱਤੀ ਹੈ ਤੇ ਕਿਵੇਂ ਉਹ ਜਿਹੜੀ ਗ੍ਰਾਂਟ ਆ ਅਨਾਊਂਸ ਹੋਈ ਹੈ। ਮੇਰੇ ਖਿਆਲ 'ਚ ਫੇਸਬੁੱਕ ਦੀ ਜੇ ਮੈਂ ਗੱਲ ਕਰਾਂ ਤਾਂ ਕੋਈ $22 ਮਿਲੀਅਨ ਦੀ ਅਮਾਊਂਟ ਹੈ ਜਿਹੜੀ ਕਿ ਚਾਈਲਡ ਕੇਅਰ ਵਾਸਤੇ ਰਾਖਵੀਂ ਕੀਤੀ ਹੈ ਸਰਕਾਰ ਨੇ। ਇਸ ਬਾਰੇ ਡਿਟੇਲ 'ਚ ਗੱਲਬਾਤ ਤੁਹਾਡੇ ਤੋਂ ਜਾਣਕਾਰੀ ਲੈਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਤੁਹਾਡਾ ਕੋਈ ਸਵਾਲ ਹੈ ਬਰਾੜ ਸਾਹਿਬ ਨੂੰ ਫੋਨ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੁਹਾਨੂੰ ਦੱਸ ਚੁੱਕੇ ਹਾਂ। ਸਟੂਡੀਓ ਦਾ ਨੰਬਰ ਹੈ 204-632-9292 ਜਾਂ ਫਿਰ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ 204-404-2444 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬ੍ਰੇਕ ਤੋਂ ਬਾਅਦ ਗੱਲਬਾਤ ਆਪਾਂ ਬਰਾੜ ਸਾਹਿਬ ਨਾਲ ਕਰਾਂਗੇ ਚਾਈਲਡ ਕੇਅਰ ਜਿਹੜਾ ਫੰਡ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ। प्यार दे साज ते दिल दियां खुशियां दी आवाज रेडियो आवाज 96.9 FM। ਰੇਡੀਓ ਆਵਾਜ਼ ਤੇ ਗੱਲਬਾਤ ਕਰ ਰਹੇ ਸੀ MLA ਦਿਲਜੀਤ ਬਰਾੜ ਜੀ ਦੇ ਨਾਲ। ਦਿਲਜੀਤ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਚਾਈਲਡ ਕੇਅਰ ਫੰਡ $22 ਮਿਲੀਅਨ ਦੀ ਜਿਹੜੀ ਬੜੀ ਵੱਡੀ ਪੋਸਟ ਹੈ ਉਹ ਇੰਸਟਾ ਤੇ ਫੇਸਬੁੱਕ ਦੇ ਉੱਪਰ ਬਾਰ-ਬਾਰ ਸ਼ੇਅਰ ਕੀਤੀ ਜਾ ਰਹੀ ਹੈ। ਇਹ ਕਿਹੜਾ ਕੈਸਾ ਫੰਡ ਹੈ ਤੇ ਇਹ ਕਿੱਥੇ ਜਾਊਗਾ, ਇਹਦਾ ਕੀ ਮਤਲਬ ਹੈ? ਦੇਖੋ ਜੀ, ਸਰਕਾਰ ਨੇ 22 ਮਿਲੀਅਨ ਜਿਹੜਾ ਦਿੱਤਾ ਹੈ ਚਾਈਲਡ ਕੇਅਰ 1400 ਚਾਈਲਡ ਕੇਅਰ ਸਪੇਸਿਸ ਉਹ ਕਹਿੰਦੇ ਵੀ ਅਸੀਂ ਨਵੇਂ ਕ੍ਰੀਏਟ ਕਰਨੇ ਆ। ਚੰਗੀ ਗੱਲ ਹੈ, ਪੈਸਾ ਆਇਆ ਹੈ, ਅਲਟੀਮੇਟਲੀ ਉਹ ਡੇ ਕੇਅਰਸ ਕੋਲੇ ਜਾਊਗਾ, ਬੱਚਿਆਂ ਤੱਕ ਪਹੁੰਚੂਗਾ, ਲੋਕ ਆਪਣੇ ਕੰਮ ਤੇ ਜਾ ਸਕਣਗੇ। ਜਿਨ੍ਹਾਂ ਨੂੰ ਚਾਈਲਡ ਕੇਅਰ ਨਹੀਂ ਸੀ ਐਕਸੈਸੀਬਲ, ਹੋ ਸਕਦਾ ਹੈ ਉਹਨਾਂ ਨੂੰ ਮਤਲਬ ਬੈਟਰ ਫੀਲ ਹੋਵੇ ਕਿਉਂਕਿ ਕੁਛ ਨਾ ਕੁਛ ਇਨਵੈਸਟ ਹੋ ਰਿਹਾ। ਪਰ ਪੰਜਾਬੀ 'ਚ ਕਹਿੰਦੇ ਵੀ ਅੰਗੂਰਾਂ ਨਾਲ ਮੱਝ ਨਹੀਂ ਰੱਜਦੀ, ਹੈ ਨਾ, ਜਾਂ ਊਠ ਦੇ ਮੂੰਹ 'ਚ ਜੀਰਾ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ। ਪਹਿਲੀ ਤਾਂ ਗੱਲ ਵੀ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਚਾਈਲਡ ਕੇਅਰ ਦਾ ਜਿਹੜਾ ਫੀਲਡ ਹੈ ਉਹਦੇ ਵਿੱਚ ਫੰਡਿੰਗ ਦੀ ਫਰੀਜ਼ ਕੀਤੀ ਹੋਈ ਹੈ। ਅਤੇ ਜੇ ਹੁਣ ਆਪਾਂ 22 ਮਿਲੀਅਨ ਦੇ ਕੇ ਢੋਲ ਵਜਾਈਏ ਵੀ ਦੇ ਤੇ ਤਾਂ ਮੈਨੂੰ ਇਹ ਲੱਗਦਾ ਵੀ ਇਹ ਕੋਈ ਐਡੀ ਬਹੁਤੀ ਵੱਡੀ ਅਚੀਵਮੈਂਟ ਨਹੀਂ। ਹਾਂ, ਅਸੀਂ ਸਾਰੇ ਪਰਿਵਾਰਾਂ ਵੱਲੋਂ, ਬੱਚਿਆਂ ਵੱਲੋਂ, ਮੈਨੀਟੋਬਨਸ ਵੱਲੋਂ ਥੈਂਕਫੁਲ ਹਾਂ, ਚਲੋ ਕੁਛ ਤਾਂ ਦਿੱਤਾ ਰੌਲਾ ਪਾ ਕੇ। ਜੇ ਚਾਈਲਡ ਕੇਅਰ ਮੈਨੀਟੋਬਾ ਦੇ ਵਿੱਚ ਚਾਈਲਡ ਕੇਅਰ ਦੇ ਹਾਲਾਤ ਬਹੁਤ ਵਧੀਆ ਹੁੰਦੇ ਤਾਂ ਪਿਛਲੇ ਹਫ਼ਤੇ ਗ੍ਰਾਂਟ ਐਵਨਿਊ 'ਤੇ ਐਡੀ ਵੱਡੀ ਚਾਈਲਡ ਕੇਅਰ ਇਜ਼ ਅਸੈਂਸ਼ੀਅਲ ਰੈਲੀ ਨਾ ਹੁੰਦੀ। ਉੱਥੇ ਲੋਕ 100 ਦੀ ਗਿਣਤੀ ਦੇ ਵਿੱਚ ਆ ਕੇ ਨਾਅਰੇ ਨਾ ਲਾਉਂਦੇ, ਝੰਡੀਆਂ ਨਾ ਚੱਕਦੇ, ਜਿਹੜਾ ਫੈਮਲੀਜ਼ ਮਿਨਿਸਟਰ ਦੇ ਦਫ਼ਤਰ ਦੇ ਮੂਹਰੇ ਹਾਹਾਕਾਰ ਨਾ ਮਚਾਉਂਦੇ ਕਿ ਸਾਡਾ ਪਬਲਿਕਲੀ ਫੰਡਡ ਚਾਈਲਡ ਕੇਅਰ ਹੈ ਜਿਹੜਾ ਉਹਨੂੰ ਤੁਸੀਂ ਸਟਰੈਂਥਨ ਕਰੋ। ਜਿਹੜੇ ਅਰਲੀ ਚਾਈਲਡਹੁੱਡ ਐਜੂਕੇਟਰਸ ਨੇ ਉਹਨਾਂ ਦੀਆਂ ਤਨਖਾਹਾਂ ਵਧਾਓ ਅਤੇ ਸਾਡੇ ਬੱਚਿਆਂ ਨੂੰ ਜੋ ਬਣਦਾ ਸਰਦਾ ਫੰਡ ਹੈਗਾ ਉਹ ਦਿੱਤਾ ਜਾਵੇ। ਹਾਲਾਤ ਤਾਂ ਮਾੜੇ ਨੇ ਪਰ ਚਲੋ ਕੁਝ ਪੈਸਾ ਆਇਆ, ਉਹਦੇ ਬਾਰੇ ਹੁਣ ਆਪਾਂ ਵਿਚਾਰ ਕਰ ਲੈਂਦੇ ਹਾਂ। ਬੇਸਿਕਲੀ ਕੀ ਹੈ ਕਿ ਜਿਹੜੇ ਅਰਲੀ ਚਾਈਲਡਹੁੱਡ ਐਜੂਕੇਟਰਸ ਅਤੇ ਪੇਰੈਂਟਸ ਹੈ ਉਹ ਡਿਮਾਂਡ ਕਰ ਰਹੇ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਪਬਲਿਕਲੀ ਫੰਡਿੰਗ ਚਾਈਲਡ ਕੇਅਰ ਹੋਣੀ ਚਾਹੀਦੀ ਹੈ। ਕਿਉਂਕਿ ਚਾਈਲਡ ਕੇਅਰ ਕੋਈ ਇੱਦਾਂ ਦੀ ਗੱਲ ਨਹੀਂ ਵੀ ਜਿਵੇਂ ਕਿਸੇ ਨੇ ਮਸਟੈਂਗ ਲੈਣੀ ਹੈ ਵੀ ਜਿਹਦੇ ਕੋਲ ਪੈਸੇ ਹੈਗੇ ਲੈ ਲੇ ਅਤੇ ਜਿਹਦੇ ਕੋਲ ਨਹੀਂ ਹੈਗੇ ਉਹ ਸਾਈਕਲ 'ਤੇ ਤੁਰਿਆ ਫਿਰੇ ਜਾਂ ਪੈਦਲ ਤੁਰਿਆ ਫਿਰੇ। ਇਹ ਇੱਕ ਬੇਸਿਕ ਨੈਸੈਸਿਟੀ ਹੈ। ਜੇ ਮੇਰੇ ਕੋਲ ਪੈਸੇ ਨਹੀਂ ਹੈਗੇ ਪਰ ਮੇਰੇ ਕੋਲ ਬੱਚੇ ਨੇ, ਉਹਨਾਂ ਨੂੰ ਮੈਂ ਡੇ ਕੇਅਰ ਭੇਜਣਾ, ਤਾਂ ਫਿਰ ਸਰਕਾਰ ਦਾ ਫਰਜ਼ ਹੈ, ਹਾਂ, ਸੁਸਾਇਟੀ ਦਾ ਫਰਜ਼ ਹੈ ਕਿ ਹਰ ਬੱਚੇ ਨੂੰ ਚਾਈਲਡ ਕੇਅਰ ਮਿਲਣਾ ਚਾਹੀਦਾ ਕਿਉਂਕਿ ਉਸ ਬੱਚੇ ਦਾ ਇਸ ਧਰਤੀ 'ਤੇ ਉਨਾ ਹੀ ਅਧਿਕਾਰ ਹੈ ਜਿੰਨਾ ਅਮੀਰ ਦੇ ਬੱਚੇ ਦਾ ਅਧਿਕਾਰ ਹੈ। ਉਹ ਤਾਂ ਹੋਊਗਾ ਜੇ ਸਰਕਾਰੀ ਹੋਊਗਾ। ਜਦੋਂ ਅਸੀਂ ਪ੍ਰਾਈਵੇਟਾਈਜ਼ ਕਰਨ ਦੀ ਗੱਲ ਕਰਦੇ ਹਾਂ, ਸਰਕਾਰ ਕੀ ਕਰਦੀ ਹੈ? ਸਰਕਾਰ ਨੇ ਕੀ ਕੀਤਾ ਵੀ ਆਹ ਚੱਕੋ ਜੀ 22 ਮਿਲੀਅਨ, ਇਹ ਜਿਹੜਾ ਵਿਨੀਪੈਗ ਚੈਂਬਰ ਆਫ ਕਮਰਸ, ਮੈਨੀਟੋਬਾ ਚੈਂਬਰ ਆਫ ਕਮਰਸ, ਉਹਨਾਂ ਨੂੰ ਨਾਲ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ। ਹੁਣ ਜਿਹੜੀਆਂ ਬਿਜ਼ਨਸ ਔਰਗੇਨਾਈਜੇਸ਼ਨਸ ਨੇ, ਬਿਜ਼ਨਸ ਔਰਗੇਨਾਈਜੇਸ਼ਨਸ ਇਕੋਨਮੀ ਨੂੰ ਬਹੁਤ ਹਲੂਣਾ ਦਿੰਦੀਆਂ ਨੇ ਐਂਡ ਵੀ ਆਰ ਥੈਂਕਫੁਲ ਟੂ ਆਲ ਦਾ ਬਿਜ਼ਨਸਿਸ। ਪਰ ਜਿਹੜੇ ਬਿਜ਼ਨਸਿਸ ਨੇ ਜਿਨ੍ਹਾਂ ਦਾ ਚਾਈਲਡ ਕੇਅਰ ਨਾਲ ਕੋਈ ਸੰਬੰਧ ਹੀ ਨਹੀਂ, ਉਹਨਾਂ ਨੂੰ ਤੁਸੀਂ ਨਾਲ ਜੋੜ ਰਹੇ ਹੋ। ਦੂਸਰੀ ਗੱਲ, ਜਦੋਂ ਕਿਸੇ ਚੀਜ਼ ਨੂੰ ਸਰਕਾਰੀ ਦੇ ਵਿੱਚ ਤੁਸੀਂ ਉਹਨੂੰ ਅਰਧ ਸਰਕਾਰੀ ਕਰ ਦਿੰਦੇ ਅਤੇ ਹੌਲੀ ਹੌਲੀ ਉਹਨੂੰ ਪ੍ਰਾਈਵੇਟ ਕਰਨ ਦੀ ਨੀਤ ਰੱਖਦੇ ਹੋ ਤਾਂ ਪ੍ਰਾਈਵੇਟ ਔਰਗੇਨਾਈਜੇਸ਼ਨ ਤਾਂ ਇਨਵੈਸਟਮੈਂਟ ਉੱਥੇ ਹੀ ਕਰੂਗੀ ਜਿੱਥੇ ਉਹਨੂੰ ਪ੍ਰੋਫਿਟ ਦਿਸੂ, ਰੋਡ ਮੈਪ ਲੱਭ ਰਿਹਾ ਹੋਗਾ ਉਹਨਾਂ ਨੂੰ। ਜਦੋਂ ਪ੍ਰੋਫਿਟ ਮੇਕਿੰਗ ਬੋਡੀ ਆ ਗਈ ਤਾਂ ਉੱਥੇ ਫਿਰ ਕੁਆਲਿਟੀ ਦੇ ਕੰਪਰੋਮਾਈਜ਼ ਹੋਣਾ ਹੀ ਹੋਣਾ। ਸੋ ਇਹ ਚੀਜ਼ ਸਾਨੂੰ ਦੇਖਣ ਦੀ ਲੋੜ ਹੈ ਕਿ ਕੀ ਸਰਕਾਰ ਇਹ ਤੁਹਾਨੂੰ ਚੋਗਾ ਪਾ ਕੇ ਤੁਹਾਡੇ ਆਪਦੇ ਚਾਈਲਡ ਕੇਅਰ ਜਿਹਦੇ ਤੁਸੀਂ ਮਾਲਕ ਹੋ ਉਹਨਾਂ ਨੂੰ ਪ੍ਰਾਈਵੇਟ ਤਾਂ ਨਹੀਂ ਕਰ ਰਹੀ ਫਿਊਚਰ ਦੇ ਵਿੱਚ? ਇਹ ਜਿਹੜਾ ਸਵਾਲ ਉੱਠਦਾ ਹੈ। ਜੀ ਬਰਾੜ ਸਾਹਿਬ, ਤੁਸੀਂ ਗੱਲ ਕੀਤੀ ਕਿ ਜਿਹੜਾ ਫੰਡ ਸੀਗਾ ਜਾਂ ਜੋ ਕੋਈ ਫੰਡਿੰਗ ਹੈ ਉਹ ਗਵਰਨਮੈਂਟ ਨੇ ਫਰੀਜ਼ ਕੀਤੀ ਹੋਈ ਹੈ, ਕੀ ਇਹ ਕਰੰਟ ਸਰਕਾਰ ਨੇ ਫਰੀਜ਼ਿੰਗ ਕੀਤੀ ਕਿ ਪਹਿਲਾਂ ਤੋਂ ਵੀ ਇਹ 'ਤੇ ਕੋਈ ਫਰੀਜ਼ ਰਿਹਾ? ਆਪਾਂ ਤੁਹਾਨੂੰ ਯਾਦ ਹੈ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਪਹਿਲਾਂ ਜਿਹੜਾ NDP ਸਰਕਾਰ ਵੇਲੇ ਜਿਹੜੇ
ਪ੍ਰੋਗਰਾਮ ਸੀ ਚਾਈਲਡ ਕੇਅਰ ਦੇ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨਾਨ ਪ੍ਰੋਫਿਟ ਚਾਈਲਡ ਕੇਅਰ, ਸਰਕਾਰੀ ਪਬਲਿਕਲੀ ਫੰਡਡ ਚਾਈਲਡ ਕੇਅਰ, ਉਹਨਾਂ ਨੂੰ ਬਹੁਤ ਜ਼ਿਆਦਾ ਸਟਰੈਂਥਨ ਕੀਤਾ ਜਾਂਦਾ ਸੀਗਾ ਅਤੇ ਪ੍ਰਾਈਵੇਟ ਨੂੰ ਨਹੀਂ ਕੀਤਾ ਜਾਂਦਾ ਸੀ। ਹੁਣ ਮੰਜੀ ਮੁੱਦੀ ਵੱਜ ਰਹੀ ਹੈ। ਉਹ ਜਿਹੜੀ ਮੰਜੀ ਮੁੱਦੀ ਵੱਜ ਰਹੀ ਹੈ ਉਹ ਆਮ ਜਿਹੜੇ ਆਮ ਪਰਿਵਾਰ ਆ ਉਹਨਾਂ ਨੂੰ ਸੋਚਣ ਵਾਲੀ ਗੱਲ ਹੈ ਕਿ ਜੇ ਮੰਨ ਲਓ ਚਾਈਲਡ ਕੇਅਰ ਮਹਿੰਗਾ ਹੋ ਜਾਂਦਾ ਫੋਰ ਐਗਜ਼ਾਮਪਲ ਫਿਊਚਰ ਦੇ ਵਿੱਚ, ਤਾਂ ਕਿਹਨੂੰ ਫਰਕ ਪਊਗਾ? ਉਹਨੂੰ ਫਰਕ ਪਊਗਾ ਜਿਹੜਾ ਅੱਜ ਵੀ ਮਸਾਂ ਜਿਹਦੀ ਅੱਜ ਦੀ ਫੀਸ ਨਾਲ ਵੀ ਚੀਕ ਨਿਕਲਦੀ ਹੈ। ਅਤੇ ਜੇ ਪ੍ਰਾਈਵੇਟ ਹੋ ਗਿਆ, ਮੰਨ ਲਓ 90% ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਗਿਆ, ਭਾਵੇਂ ਉਹ ਯੂਨੀਵਰਸਿਟੀਆਂ ਨੇ, ਭਾਵੇਂ ਉਹ ਸਕੂਲ ਨੇ, ਭਾਵੇਂ ਉਹ ਜਿਸ ਤਰ੍ਹਾਂ ਦੀ ਮਰਜ਼ੀ ਔਰਗੇਨਾਈਜੇਸ਼ਨ ਹੈ, ਭਾਵੇਂ ਬਿਜਲੀ ਬੋਰਡ ਹੈ, ਹਾਈਡਰੋ ਹੈ, ਕੁਛ ਮਰਜ਼ੀ ਹੈ, ਤਾਂ ਤੁਹਾਨੂੰ ਕੀ ਲੱਗਦਾ ਵੀ ਜਦੋਂ ਪ੍ਰਾਈਵੇਟ ਔਰਗੇਨਾਈਜੇਸ਼ਨ ਹੋਊਗੀ ਉਹ ਤੁਹਾਨੂੰ ਸਸਤੀ ਸਰਵਿਸ ਦੇਊਗੀ ਕਿ ਸਰਕਾਰੀ ਸਸਤੀ ਸਰਵਿਸ ਹੋਊਗੀ? ਪਹਿਲੀ ਤਾਂ ਗੱਲ ਸਿੰਪਲ ਇਹ ਹੈ। ਤੁਸੀਂ ਆਪਦੇ ਜਵਾਕਾਂ ਨੂੰ ਸਕੂਲਾਂ 'ਚ ਪੜ੍ਹਾਉਂਦੇ ਹੋ, ਪ੍ਰਾਈਵੇਟ ਸਕੂਲ ਸਸਤੇ ਹੈ ਕਿ ਸਰਕਾਰੀ ਸਸਤੇ? ਸਰਕਾਰੀ ਸਸਤੇ ਹੈ। ਜੇ ਅਸੀਂ ਚਾਈਲਡ ਕੇਅਰ ਵੀ ਪ੍ਰਾਈਵੇਟ ਕਰਦੇ ਸਸਤੇ ਹੋਣਗੇ ਕਿਵੇਂ? ਇੱਕ ਸਿੰਪਲ ਗੱਲ ਹੈ, ਸਮਝਣ ਵਾਲੀ ਹੈ। ਸੋ ਸਾਨੂੰ ਇਸ ਗੱਲ ਦਾ ਡਰ ਲੱਗਦਾ। ਅਸੀਂ ਇਸ ਗੱਲ ਲਈ ਰੌਲਾ ਪਾਉਂਦੇ ਹਾਂ ਵੀ ਠੀਕ ਹੈ ਪੈਸੇ ਦਿਓ, ਅਸੀਂ ਧੰਨਵਾਦੀ ਹਾਂ ਤੁਹਾਡੇ, ਤੁਸੀਂ ਸਾਡੇ ਬੱਚਿਆਂ ਲਈ ਬਹੁਤ ਕੁਛ ਕਰ ਰਹੇ ਹੋ, ਪਰ ਕੀ ਤੁਹਾਡੀ ਨੀਤ ਤਾਂ ਨਹੀਂ ਫਿੱਟੀ ਹੋਈ? ਕੀ ਤੁਹਾਡੀ ਨੀਤ ਮਾੜੀ ਤਾਂ ਨਹੀਂ ਕਿ ਕੋਈ ਨਾ ਹੌਲੀ ਹੌਲੀ ਟੀਕਾ ਲਾ ਕੇ ਇਹਨਾਂ ਨੂੰ ਅਸੀਂ ਆਉਂਦੇ 10 ਸਾਲਾਂ 'ਚ ਪ੍ਰਾਈਵੇਟ ਕਰ ਦੇਣਾ? ਉਹਦੇ ਤੋਂ ਸਾਨੂੰ ਡਰ ਲੱਗਦਾ ਜੀ। ਬਰਾੜ ਸਾਹਿਬ, ਚਾਈਲਡ ਕੇਅਰ ਦੇ ਨਾਲ ਇੱਕ ਹੋਰ ਮੁੱਦਾ ਉੱਠਦਾ ਹੈ ਕਿ ਹੁਣ ਆਪਾਂ ਰੇਡੀਓ ਆਵਾਜ਼ 'ਤੇ ਬਹੁਤ ਗੱਲਬਾਤ ਕੀਤੀ ਹੈ, ਪਹਿਲਾਂ ਤੁਹਾਡੇ ਨਾਲ ਵੀ ਹੋਈ ਹੈ, ਸਕੂਲ ਟੀਚਰ ਵੀ ਆ ਕੇ ਗਏ ਨੇ ਸੁਖੀ ਬਰਾੜ ਜੀ, ਉਹਨਾਂ ਨਾਲ ਵੀ ਬੜੀ ਡਿਟੇਲ 'ਚ ਗੱਲਬਾਤ ਹੋਈ ਹੈ ਕਿ ਸਕੂਲ ਰੀਓਪਨਿੰਗ ਹੋ ਰਹੀ ਹੈ। ਸੋ ਇੱਕ ਵਾਰੀ ਫਿਰ ਮੈਂ ਗੱਲ ਕਰਨਾ ਚਾਹੁੰਦਾ ਹੈ ਕਿ ਕੋਈ ਨਵੀਂ ਅਪਡੇਟ ਉਸ ਬਾਰੇ ਵੀ ਆਈ ਹੈ ਕਿ ਸਿਰਫ ਬੱਚਾ ਚਾਈਲਡ ਕੇਅਰ ਦੀ ਫੰਡ ਦੀ ਹੀ ਗੱਲ ਹੈ? ਦੇਖੋ, ਕੰਸਰਨ ਬਹੁਤ ਨੇ ਪੇਰੈਂਟਸ। ਅੱਜ ਮੈਂ ਕਿਸੇ ਪੇਰੈਂਟ ਨਾਲ ਗੱਲ ਕਰੀ ਜਾਂਦਾ ਸੀ, ਉਹ ਕਹਿੰਦੇ ਵੀ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਿਹਾ। ਮੈਂ ਕਿਹਾ ਵੀ ਕਾਹ ਤੋਂ? ਉਹ ਕਹਿੰਦੇ ਵੀ ਤੁਸੀਂ ਮੈਨੂੰ ਇਉਂ ਦੱਸੋ ਵੀ 20 ਬੱਚੇ ਇੱਕ ਕਲਾਸ ਦੇ ਵਿੱਚ, ਠੀਕ ਹੈ, 20x20 ਦਾ ਕਮਰਾ ਜਾਂ 20x30 ਦਾ ਕਮਰਾ, ਤੁਸੀਂ 6 ਫੁੱਟ ਤੇ ਬੱਚੇ ਪਾਉਣੇ, ਕਿੰਨੇ ਬਿਠਾਓਗੇ? ਠੀਕ ਹੈ, ਉਹਨਾਂ ਦੇ ਹਿਸਾਬ ਨਾਲ 10 12 14 ਬੱਚੇ ਬਹਿ ਜਾਣਗੇ। ਜੇ 28 ਬੱਚੇ ਆ ਕਲਾਸ 'ਚ, 30 ਬੱਚੇ ਆ ਕਲਾਸ 'ਚ, ਸੋਸ਼ਲ ਡਿਸਟੈਂਸਿੰਗ ਕਿਵੇਂ ਹੋਊਗੀ? ਉਹ ਕਹਿੰਦੇ ਵੀ ਆਰ ਕੰਸਰਨਡ। ਨੰਬਰ 1, ਚਲੋ ਮਾਸਕ ਪਾ ਲਏ ਬੱਚਿਆਂ ਨੇ। ਹੁਣ ਵੱਡਾ ਕੰਸਰਨ ਕੀ ਹੈ? ਬੜੇ ਲੋਕ ਹੈ ਜਿਹੜੇ ਟਰੱਕਿੰਗ ਇੰਡਸਟਰੀ 'ਚ, ਪਰ ਉਹਨਾਂ ਨੂੰ ਜਿਹੜੀ ਕੁਆਰੰਟਾਈਨ ਜ਼ਰੂਰੀ ਨਹੀਂ, ਉਹ ਹਫ਼ਤੇ 'ਚ 2 ਵਾਰੀ USA ਜਾ ਕੇ ਆਉਂਦੇ, ਘਰੇ ਆ ਕੇ ਮੰਨ ਲਓ ਆਪਣੇ ਬੱਚੇ ਨੂੰ ਮਿਲੇ, ਉਹਨਾਂ ਨੇ ਕੁਆਰੰਟਾਈਨ ਨਹੀਂ ਕੀਤਾ ਜਾਂ ਉਹਨਾਂ ਨੇ ਪ੍ਰੋਪਰਲੀ ਪ੍ਰੋਟੋਕੋਲ ਨਹੀਂ ਵਰਤਿਆ, ਬੱਚੇ ਨੂੰ ਟੱਚ ਕਰ ਲਿਆ, ਉਹਨਾਂ ਨੂੰ ਇਨਫੈਕਸ਼ਨ ਸੀਗੀ, ਉਸ ਬੱਚੇ ਨੇ ਇੱਕ ਹਫ਼ਤੇ 'ਚ 20 30 40 ਬੱਚਿਆਂ ਨੂੰ ਸਕੂਲ 'ਚ ਟੱਚ ਕਰ ਲਿਆ, ਪਰ 15 ਦਿਨਾਂ ਬਾਅਦ ਪਤਾ ਲੱਗਿਆ ਵੀ ਫਲਾਨੇ ਬੱਚੇ ਦੇ ਡੈਡ ਜਾਂ ਮੌਮ ਨੂੰ ਪੋਜ਼ੀਟਿਵ ਹੋ ਗਿਆ। ਤਾਂ ਫਿਰ ਉਹ ਜਦੋਂ ਕੈਰੀਅਰ ਸੀਗਾ ਅਤੇ ਜਦੋਂ ਪੋਜ਼ੀਟਿਵ ਡਿਕਲੇਅਰ ਹੋਇਆ, ਉਹਨਾਂ 5 7 10 ਦਿਨਾਂ ਦੇ ਵਿੱਚ ਜੇ ਬੱਚੇ ਨੇ ਮਲਟੀਪਲਾਈ ਕਰਤਾ, ਉਹ ਕਿੰਨੇ ਲੋਕਾਂ ਨੂੰ ਹੋ ਸਕਦਾ? ਸੋ ਲੋਕ ਇਹਨਾਂ ਗੱਲਾਂ ਲਈ ਚਿੰਤਤ ਨੇ। ਪਰ ਬਰਾੜ ਸਾਹਿਬ, ਇੱਥੇ ਇੱਕ ਹੋਰ ਸਵਾਲ ਉੱਠਦਾ ਨਾ, ਜਿੱਦਾਂ ਹੁਣ ਆਪਾਂ ਕਿਸੇ ਵੀ ਰੈਸਟੋਰੈਂਟ ਜਾਂਦੇ ਹਾਂ ਜਾਂ ਕਿਸੇ ਸਲੂਨ ਦੇ ਜਾਂਦੇ ਹਾਂ, ਤਾਂ ਪਹਿਲਾਂ ਕੁਝ ਸਵਾਲ ਪੁੱਛਦੇ ਆ, ਫਿਰ ਉਹਨੂੰ ਐਂਟਰ ਕਰਨ ਦਿੰਦੇ ਆ ਜੀ। ਬਹੁਤ ਸਾਰੇ ਜਿਹੜੇ ਸੁਹਿਰਦ ਲਿਸਨਰਸ ਨੇ ਉਹਨਾਂ ਨੂੰ ਪਤਾ ਹੋਊਗਾ, ਜਾਂਦੇ ਆ ਅਤੇ ਆਪਾਂ ਪੁੱਛਦੇ ਆ ਕਿ ਹੈਵ ਯੂ ਬੀਨ ਆਊਟਸਾਈਡ ਆਫ ਪ੍ਰੋਵਿੰਸ ਜੀ, ਅਤੇ ਇੱਕ ਇਹ ਹੋਰ ਸਵਾਲ ਪੁੱਛਦੇ, ਹੈਵ ਯੂ ਬੀਨ ਇਨ ਅ ਕੰਟੈਕਟ ਵਿਦ ਪਰਸਨ ਦੈਟ ਹੈਜ਼ ਬੀਨ ਆਊਟ ਆਫ ਕੰਟਰੀ ਔਰ ਪ੍ਰੋਵਿੰਸ? ਯੈਸ। ਹੁਣ ਇਹਦੇ ਸਵਾਲ ਦਾ ਜਵਾਬ, ਇੱਕ ਪਾਸੇ ਤਾਂ ਕੁਆਰੰਟਾਈਨ ਜ਼ਰੂਰੀ ਨਹੀਂ ਆ ਕੁਆਰੰਟਾਈਨ ਵਾਸਤੇ। ਹੁਣ ਗੱਲ ਇਹ ਹੈ ਕਿ ਜੇ ਸਕੂਲ ਓਪਨ ਹੁੰਦੇ ਆ ਤੇ ਇਹ ਸੇਮ ਸਵਾਲ ਮੇਰੇ ਖਿਆਲ 'ਚ ਪੁੱਛੇ ਜਾਣਗੇ ਬੱਚਿਆਂ ਨੂੰ। ਸਵੇਰੇ ਸਕਰੀਨ ਹੋਣੀ ਹੈ ਸਾਰੇ ਬੱਚੇ ਨੇ, ਸਕਰੀਨਿੰਗ ਦੇ ਵਿੱਚ ਉਹਨਾਂ ਦਾ ਟੈਂਪਰੇਚਰ ਲਿਆ ਜਾਣਾ, ਜਾਂ ਇਹ ਕੁਐਸਚਨ ਹਰ ਬੱਚੇ ਨੂੰ ਪੁੱਛੇ ਜਾਣੇ ਆ, ਪਹਿਲੀ ਗੱਲ। ਦੂਸਰੀ ਗੱਲ, ਜਿਹੜਾ ਬੱਚਾ 3 ਕਲਾਸ ਦੇ ਵਿੱਚ ਪੜ੍ਹਦਾ ਹੈ, ਉਹ is she mature enough to respond to those questions, ਠੀਕ ਹੈ, ਕਰੈਕਟਲੀ? ਅਤੇ ਜਾਂ ਕਿ ਪੇਰੈਂਟ ਹਰ ਰੋਜ਼ ਜਾ ਕੇ ਇਹਨਾਂ ਕੁਐਸਚਨਸ ਦੇ ਸਵਾਲ ਦੇਣਗੇ? ਸਰਕਾਰ ਦਾ ਕੀ ਪਲਾਨ ਹੈ, ਇਹ ਸਰਕਾਰ ਨੂੰ ਪਤਾ। ਸੋ ਮਤਲਬ ਇਹ ਹੋ ਗਿਆ ਕਿ ਜੇ ਕੋਈ US ਤੋਂ ਆਇਆ, ਬਹੁਤ ਸਾਰੇ ਲੋਕ ਸਾਡੇ ਕਮਿਊਨਿਟੀ ਜਿਹੜੀ ਹੈ ਨਾ, ਅਤੇ ਸਾਨੂੰ ਇਸ ਟਾਈਮ 'ਤੇ ਸੁਣ ਵੀ ਬਹੁਤ ਲੋਕ ਐਸੇ ਰਹੇ ਹੋਣਗੇ ਜੋ ਟਰੱਕਿੰਗ ਨਾਲ ਸੰਬੰਧਿਤ ਨੇ, ਟਰੱਕ ਵਿੱਚ ਹੀ ਹੋਣਗੇ। ਸੋ ਜੇ ਉਹ ਟਰੱਕਿੰਗ ਤੋਂ ਆਉਂਦੇ ਆ ਅਤੇ ਉਹ ਇਸ ਕੁਐਸਚਨ ਦਾ ਆਨਸਰ ਜੇ ਦਿੰਦੇ ਆ ਕਿ ਨਹੀਂ, ਅਤੇ ਤਾਂ ਵੀ ਗਲਤ ਹੈ, ਅਤੇ ਜੇ ਦਿੰਦੇ ਆ ਹਾਂ, ਅਤੇ ਫਿਰ ਉਹਨੂੰ ਅੰਦਰ ਹੀ ਬਣਦਾ ਜਾਊਗਾ। ਇਹਦਾ ਕੀ ਹੱਲ ਹੈ? ਹੁਣ ਦੇਖੋ, ਪਹਿਲੀ ਤਾਂ ਗੱਲ ਇਹ ਹੈ ਵੀ ਬੜੇ ਪਰਿਵਾਰ ਇੰਨੇ ਕੇਅਰਫੁੱਲ ਹੈ, ਉਹ ਆ ਕੇ ਆਪਣੇ ਬੱਚਿਆਂ ਨੂੰ ਕੰਟੈਕਟ ਹੀ ਨਹੀਂ ਕਰਦੇ। ਇੱਕ ਦੋ ਦੋਸਤਾਂ ਨਾਲ ਮੇਰੀ ਗੱਲਬਾਤ ਹੋਈ ਹੈ ਜਿਹੜੇ ਟਰੱਕਿੰਗ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਵੀ ਬਈ ਅਸੀਂ ਤਾਂ ਘਰੇ ਨਹੀਂ ਆਉਂਦੇ, ਲੌਂਗ 'ਤੇ ਜਾਂਦੇ ਹਾਂ, USA ਜਾਂਦੇ ਹਾਂ, ਅਸੀਂ ਰਹਿੰਦੇ ਹੀ ਅੱਡ ਕਮਰੇ 'ਚ ਆ, ਅਸੀਂ ਘਰੇ ਆਉਂਦੇ ਹੀ ਨਹੀਂ। ਜੇ ਘਰੇ ਆਉਣੇ ਆ ਤਾਂ ਪ੍ਰੋਪਰ ਅਸੀਂ ਕੁਆਰੰਟਾਈਨ ਕਰਕੇ ਬੇਸਮੈਂਟ ਚਲੇ ਗਏ, ਉੱਥੇ ਰੋਟੀ ਆ ਗਈ, ਇੱਕ ਦਿਨ ਰਹਿ ਲਏ, ਅਸੀਂ ਵਾਸ਼ਰੂਮ ਸੇਮ ਨਹੀਂ ਯੂਜ਼ ਕੀਤਾ, ਵੱਖ ਵਾਸ਼ਰੂਮ ਕੀਤਾ ਯੂਜ਼, ਬੱਚਿਆਂ ਨੂੰ ਟੱਚ ਨਹੀਂ ਕੀਤਾ, ਬੱਚਿਆਂ ਨੂੰ ਦੂਰੋਂ ਮਿਲ ਲਏ, ਟੈਲੀਫੋਨ 'ਤੇ ਗੱਲ ਕਰ ਲਈ। ਸੋ ਜੇ ਅਸੀਂ ਕੇਅਰਫੁੱਲ ਹਾਂ ਤਾਂ ਬਚਾ ਹੀ ਬਚਾਏ, ਪਰ ਜੇ ਕੋਈ ਬੰਦਾ ਕਿਤੇ ਗਲਤੀ ਕਰ ਗਿਆ ਜਾਂ ਉਹਨੇ ਰਿਪੋਰਟ ਨਹੀਂ ਕੀਤਾ ਤਾਂ ਫਿਰ
ਵੱਧ ਸਕਦੇ ਆ, ਇਸ਼ੂ ਹੈਗਾ ਜ਼ਰੂਰ ਹੈ ਜੀ। ਬਰਾੜ ਸਾਹਿਬ ਗੱਲਬਾਤ ਹੋਰ ਵੀ ਕਰਾਂਗੇ, ਬ੍ਰੇਕ ਦਾ ਵਕਤ ਹੋ ਰਿਹਾ, ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਆ ਕੇ ਵਾਪਸ ਗੱਲਬਾਤ ਕਰਾਂਗੇ ਜੀ ਬੈਕ ਟੂ ਸਕੂਲ ਜਾਂ ਫਿਰ ਕੋਈ ਹੋਰ ਪ੍ਰੋਗਰਾਮ ਬਾਰੇ। ਸੋ ਜੇ ਤੁਹਾਡਾ ਕੋਈ ਸਵਾਲ ਹੈ, ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਰੇਡੀਓ ਦਾ ਨੰਬਰ 204 632 9292 2046329292 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। प्यार दे साज ते दिल दियां खुशियां दी आवाज रेडियो आवाज 96.9 FM। ਰੇਡੀਓ ਆਵਾਜ਼ ਦੇ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ। ਗੱਲਬਾਤ MLA ਦਿਲਜੀਤ ਬਰਾੜ ਜੀ ਦੇ ਨਾਲ ਚੱਲ ਰਹੀ ਹੈ। ਗੱਲਬਾਤ ਤੁਹਾਡੇ ਨਾਲ ਰਿਲੇਟਡ ਮੁੱਦੇ ਜਿਹੜੇ ਆ ਜੋ ਵੀਕ ਦੇ ਵਿੱਚ ਘਟਨਾਵਾਂ ਹੋਈਆਂ, ਕੁਝ ਸੁਖਾਵੀਆਂ ਕੁਝ ਅਣਸੁਖਾਵੀਆਂ, ਉਹਨਾਂ ਬਾਰੇ ਡਿਸਕਸ ਕਰ ਰਹੇ ਹਾਂ। ਬਰਾੜ ਸਾਹਿਬ ਕਹਿੰਦੇ ਨੇ ਕਿ ਕੈਨੇਡਾ ਦਾ ਜਿਹੜਾ ਸਿਸਟਮ ਆ ਉਹ ਆਪਾਂ ਇੱਥੇ ਤਾਂ ਹੁੰਦੇ ਹਾਂ ਕਿ ਇੱਥੇ ਪੋਲੀਟੀਕਲ ਸਿਸਟਮ ਬੜਾ ਸੌਖਾ ਹੈ ਅਤੇ ਐਡਮਿਨਿਸਟ੍ਰੇਟਿਵ ਸਿਸਟਮ ਬਹੁਤ ਸੌਖਾ ਹੈ। ਸੋ ਸਿਮਿਲਰਲੀ ਅੱਜ ਦਾ ਹੁਣ ਆਪਾਂ ਗੱਲ ਕੀਤੀ ਹੈ ਕਿ MPI ਦਾ ਜਿਹੜਾ ਵੇਟ ਟਾਈਮ ਆ ਘਟਾਉਣ ਵਾਸਤੇ ਜਿਹੜਾ ਕਿ MLA ਉਹ ਕੀ ਕਰ ਸਕਦਾ। ਤੁਸੀਂ ਦੱਸਿਆ ਕਿ ਮੈਂ ਲੈਟਰ ਭੇਜੀ ਹੈ, ਜਦੋਂ ਰਿਵਰਟ ਆਊਗਾ ਆਪਾਂ ਰੇਡੀਓ ਦੇ ਜ਼ਰੀਏ ਸ਼ੇਅਰ ਵੀ ਕਰਾਂਗੇ। ਤੁਹਾਡੀ ਫੇਸਬੁੱਕ 'ਤੇ ਵੀ ਮੇਰੇ ਖਿਆਲ 'ਚ ਅਪਡੇਟ ਹੋਊਗੀ ਕਿ ਤੁਸੀਂ ਇਹ ਲੈਟਰ ਭੇਜੀ ਹੈ, ਉਹਦਾ ਜੋ ਵੀ ਜਵਾਬ ਆਊਗਾ ਤੁਸੀਂ ਲੋਕਾਂ ਨਾਲ ਸ਼ੇਅਰ ਕਰੋਗੇ। ਪਰ ਜੇ ਤੁਸੀਂ ਸਰਕਾਰ ਤੱਕ ਕੋਈ ਆਪਣੀ ਆਵਾਜ਼ ਪਹੁੰਚਾਉਣੀ ਆ ਤੇ ਮੇਰੇ ਖਿਆਲ ਨਾਲ ਪਾਰਲੀਮੈਂਟ ਤਾਂ ਖੁੱਲ੍ਹ ਨਹੀਂ, ਤੁਸੀਂ ਕਿਵੇਂ ਸਾਰੇ ਟੱਚ 'ਚ ਰਹਿੰਦੇ ਹੋ, ਕਿਵੇਂ ਤੁਸੀਂ ਸਰਕਾਰ ਦੀ ਕੋਈ ਮਤਲਬ ਪਾਲਿਸੀ ਆ ਗਈ ਉਹ ਤੁਸੀਂ ਅਪੋਜ਼ ਕਰਨੀ ਹੈ ਤੇ ਤੁਸੀਂ ਉਹ ਪਾਲਿਸੀ ਨੂੰ ਅਪੋਜ਼ ਕਿਵੇਂ ਕਰਦੇ ਹੋ? ਦੇਖੋ ਪੰਪੂ ਵਜਾ ਕੇ ਆ ਜਿਹੜਾ ਤੁਸੀਂ ਮੈਨੂੰ ਮਾਈਕ ਦਿੱਤਾ ਹੋਇਆ ਇਹਦੇ ਥਰੂ, ਆਪਦੇ ਸੋਸ਼ਲ ਮੀਡੀਆ ਦੇ ਥਰੂ, ਕਿਉਂਕਿ ਹੁਣ ਸਾਡਾ ਇੱਕ ਬਹੁਤ ਵਧੀਆ ਜਿਹੜਾ ਇੱਕ ਸੇਕਰੇਡ ਚੈਂਬਰ ਹੈ ਜਿੱਥੇ ਪਾਲਿਸੀਜ਼ ਬਣਦੀਆਂ ਨੇ, ਮੈਨੀਟੋਬਾ ਲੈਜਿਸਲੇਚਰ। ਉਹ ਕਾਹਦੇ ਵਾਸਤੇ ਬਣਿਆ? ਉਹ ਤਾਂ ਹੀ ਬਣਿਆ ਵੀ ਅਸੀਂ ਉੱਥੇ ਜਾਂਦੇ ਹਾਂ, ਅਸੀਂ ਲੋਕਾਂ ਦੀ ਆਵਾਜ਼ ਬਣ ਕੇ, ਲੋਕਾਂ ਦੀ ਆਵਾਜ਼ ਨੂੰ ਹੋਰ ਉੱਚੀ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਵੀ ਲੋਕ ਆ ਚਾਹੁੰਦੇ ਆ, ਜਿਨ੍ਹਾਂ ਲੋਕਾਂ ਨੂੰ ਅਸੀਂ ਰੈਪਰੈਜ਼ੈਂਟ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਚੁਣ ਕੇ ਭੇਜਿਆ। ਹੁਣ ਉਹਨੂੰ ਤਾਂ ਆਪਣੇ ਮੁੱਖ ਮੰਤਰੀ ਜਿੰਦ ਲਾਈ ਬੈਠੇ ਆ, ਹਾਲੇ ਤੱਕ ਖੁੱਲ੍ਹਿਆ ਨਹੀਂ, ਉਹ ਖੁੱਲ੍ਹਿਆ ਨਹੀਂ। ਅਸੀਂ ਹੁਣ ਤੱਕ 2020 ਸਨ ਦੇ ਵਿੱਚ ਸਿਰਫ 15 ਦਿਨ ਲੈਜਿਸਲੇਚਰ ਦੇ ਵਿੱਚ ਬੈਠੇ। ਉਹ ਇੰਡੀਆ ਵਾਲਾ ਹਾਲ ਹੋ ਗਿਆ ਨਾ, ਜਿੱਦਾਂ ਉਹ ਕੋਈ MLA ਜਾਂ MP ਜਾ ਕੇ ਸੌਂ ਜਾਂਦਾ ਸੀ ਜਾਂ ਉਹ ਅਵੋਇਡ ਕਰਦੇ ਸੀ, ਉਹ ਤਾਂ ਬਹੁਤ ਖੁਸ਼ ਹੈ ਕਿ ਲੈਜਿਸਲੇਚਰ ਬੰਦ ਪਈ ਹੈ। ਬਟ ਜਿੱਦਾਂ ਤੁਹਾਡੇ ਬਹੁਤ ਸਾਰੇ ਸੁਹਿਰਦ MLAs ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਵੀ ਇਹਨੂੰ ਖੋਲ੍ਹਿਆ ਜਾਵੇ, ਕਿਉਂਕਿ ਸਕੂਲ ਹੀ ਖੁੱਲ੍ਹਣ ਲੱਗੇ। ਅਸੀਂ ਲਗਾਤਾਰ ਮਾਰਚ ਤੋਂ ਲੈ ਕੇ ਬੇਨਤੀ ਕਰ ਰਹੇ ਹਾਂ ਵੀ ਸਾਨੂੰ ਸੱਦੋ, ਸਾਨੂੰ ਸੱਦੋ, ਸਾਨੂੰ ਸੱਦੋ, ਅਸੀਂ ਕੰਮ ਕਰਨਾ, ਅਸੀਂ ਕੰਮ ਕਰਨਾ, ਅਸੀਂ ਕੰਮ ਕਰਨਾ। ਜੇ ਤਾਂ ਇੱਕ ਤਾਂ ਉਲਟ ਹੁੰਦਾ ਨਾ, ਬੰਦਾ ਕਹੇ ਯਾਰ ਕੰਮ ਤੇ ਆ ਜਾਓ ਜੀ, ਤੇ ਬੰਦਾ ਕਹੇ ਅਸੀਂ ਕੰਮ ਤੇ ਨਹੀਂ ਆਉਂਦੇ। ਅਸੀਂ ਤਾਂ ਦੋਵੇਂ ਹੱਥੀਂ ਹਾਹਾਕਾਰ ਮਚਾ ਰਹੇ ਹਾਂ ਇੰਨੇ ਚਿਰ ਦੇ ਵੀ ਭਾਈ ਸਾਹਿਬ ਸਾਨੂੰ ਉੱਥੇ ਸੱਦੋ, ਅਸੀਂ ਡਿਸਕਸ ਕਰਨਾ, ਅਸੀਂ ਲੋਕਾਂ ਦੇ ਕੁਐਸਚਨ ਪੁੱਛਣੇ ਆ ਤੁਹਾਨੂੰ। ਪਰ ਸਰਕਾਰ ਇਸ ਗੱਲ ਤੋਂ ਭੱਜ ਰਹੀ ਹੈ। ਜਿੰਨੇ ਵਾਰੀ ਵੀ ਅਸੀਂ ਚਿੱਠੀਆਂ ਦੇ ਨਾਲ, ਮੀਟਿੰਗਸ ਦੇ ਨਾਲ, ਈਮੇਲਸ ਦੇ ਨਾਲ ਕੰਟੈਕਟ ਕੀਤਾ ਹੈ, ਦੇ ਆਰ ਰਿਫਿਊਜ਼ਿੰਗ। ਹੁਣ ਉਹ ਸਾਨੂੰ ਇਹ ਕਹਿ ਰਹੇ ਆ ਵੀ ਅਸੀਂ ਅਕਤੂਬਰ ਦੇ ਪਹਿਲੇ ਹਫ਼ਤੇ ਸੱਦਾਂਗੇ ਲੈਜਿਸਲੇਚਰ ਜੀ, 2 ਮਹੀਨੇ ਬਾਅਦ। ਹਾਂਜੀ, ਅਸੀਂ ਤੱਤੇ ਕਾਲਿਆਂ ਵੀ ਹੁਣੇ ਸੱਦੋ। ਹੁਣ ਅਸੀਂ ਸਵਾਲ ਸਰਕਾਰ ਨੂੰ ਇਹ ਪੁੱਛ ਰਹੇ ਹਾਂ ਵੀ 8 ਤਰੀਕ ਨੂੰ, 2 ਤਰੀਕ ਨੂੰ ਟੀਚਰ ਆ ਰਹੇ ਸਕੂਲ, 2 ਸਤੰਬਰ ਨੂੰ, 8 ਤਰੀਕ ਨੂੰ ਬੱਚੇ ਵੀ ਆ ਰਹੇ ਆ। ਕੋਵਿਡ ਦਾ ਡਰ ਉਹਨਾਂ ਨੂੰ ਨਹੀਂ ਹੈਗਾ ਤਾਂ MLAs ਨੂੰ ਕਾਹਤੋਂ ਹੈ ਜੀ? ਜਿਹੜੇ MLA ਅੱਡੀਆਂ ਚੱਕ ਕੇ ਕਹਿ ਰਹੇ ਵੀ ਸਾਨੂੰ ਸੱਦੋ ਯਾਰ, ਤਾਂ ਕਾਹਤੋਂ ਨਹੀਂ ਸੱਦਿਆ ਜਾ ਰਿਹਾ? ਹੁਣ ਸਾਨੂੰ ਇਉਂ ਲੱਗਦਾ ਹੈ ਵੀ ਉਹਦਾ ਇੱਕ ਰੀਜ਼ਨ ਹੈ ਕਿ ਅਸੀਂ ਉੱਥੇ ਜਾ ਕੇ ਸਵਾਲ ਪੁੱਛਣੇ ਆ, ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ, ਉਹਨੂੰ ਆਪਦਾ ਅਕਾਊਂਟ ਫਾਰ ਕਰਨਾ ਪੈਣਾ ਵੀ ਕਿਹੜੀ ਚੀਜ਼ ਮੈਂ ਕਿਵੇਂ ਕੀਤੀ। ਜਿਹੜੇ ਉਹਦੇ ਪ੍ਰੋਗਰਾਮ, ਫੇਲਡ ਪ੍ਰੋਗਰਾਮ ਹੀ ਮੈਂ ਉਹਨਾਂ ਨੂੰ ਕਹੂੰਗਾ ਕੋਵਿਡ ਦੇ, ਜਿਹੜੇ ਹੁਣ ਤੱਕ ਕੀਤੇ ਆ, ਕਾਰਗਰ ਸਾਬਤ ਨਹੀਂ ਹੋਏ, ਉਹਨਾਂ ਦਾ ਅਸੀਂ ਹਿਸਾਬ ਕਿਤਾਬ ਮੰਗਣਾ, ਉਹਦੇ ਤੋਂ ਭੱਜ ਰਹੇ ਆ। ਜਿਵੇਂ ਪੰਜਾਬ 'ਚ ਅਕਸਰ ਇੱਕ ਸਰਬ ਪਾਰਟੀ ਮੀਟਿੰਗ ਲਈ ਜਾਂਦੀ ਸੀਗੀ ਨਾ, ਜਦੋਂ ਕੋਈ ਆਪਾਤਕਾਲੀਨ ਜਾਂ ਐਮਰਜੈਂਸੀ ਸਿਚੁਏਸ਼ਨ ਆਉਂਦੀ ਸੀਗੀ ਕਿ ਮੈਨੀਟੋਬਾ ਦੀ ਜਿਹੜੀ ਪੋਲੀਟਿਕਸ ਆ ਜਾਂ ਮੈਨੀਟੋਬਾ ਦੀ ਐਡਮਿਨਿਸਟ੍ਰੇਸ਼ਨ ਆ ਜਾਂ ਲੈਜਿਸਲੇਚਰ, ਇਹ 'ਚ ਵੀ ਕੋਈ ਇਹੋ ਜਿਹਾ ਪ੍ਰਬੰਧ ਹੈਗਾ ਜਿਹਦੇ ਵਿੱਚ ਸਰਬ ਦਲੀਏ ਮੀਟਿੰਗ, ਜਿਹਨੂੰ ਹਿੰਦੀ 'ਚ ਆਪਣਾ ਅਕਸਰ ਆਜ ਤੱਕ ਤੇ ਆਉਂਦੀ ਹੁੰਦਾ ਸੀ ਨਾ, ਸਰਬ ਦਲੀਏ ਮੀਟਿੰਗ, ਜਾਂ ਪੰਜਾਬੀ 'ਚ ਕਹਿੰਦੇ ਸੀ ਸਰਬ ਪਾਰਟੀ ਮੀਟਿੰਗ ਹੁੰਦੀ ਸੀ। ਹੁਣ ਤੁਸੀਂ ਦੇਖੋ ਕੋਵਿਡ ਆ ਗਿਆ, ਠੀਕ ਹੈ, ਹੁਣ ਆਪੋਜੀਸ਼ਨ ਦਾ ਮਤਲਬ ਆ ਅਸੀਂ ਕ੍ਰਿਟਿਸਾਈਜ਼ ਕਰਨਾ ਗਵਰਨਮੈਂਟ ਦੀਆਂ ਚੀਜ਼ਾਂ ਨੂੰ, ਤੁਸੀਂ ਆਹ ਕੀਤਾ, ਚਲੋ ਚੰਗਾ ਕੀਤਾ, ਪਰ ਇਉਂ ਹੋਰ ਚੰਗਾ ਹੋ ਸਕਦਾ ਸੀ ਕਿਉਂਕਿ ਲੋਕ ਆਹ ਚੀਜ਼ ਕਹਿ ਰਹੇ ਜਿਨ੍ਹਾਂ ਦੀ ਅਸੀਂ ਆਵਾਜ਼ ਹੈ। ਐਮਰਜੈਂਸੀ ਸੈਸ਼ਨ ਬੁਲਾਇਆ, ਠੀਕ ਹੈ, 2 ਮਹੀਨੇ ਪਹਿਲਾਂ ਬੁਲਾਇਆ ਸੀ, ਅਸੀਂ ਸਾਰੇ ਉੱਥੇ ਗਏ। ਸਰਕਾਰ ਕਹਿੰਦੀ ਵੀ ਅਸੀਂ $1 ਬਿਲੀਅਨ ਪਾਸੇ ਕੱਢ ਕੇ ਰੱਖਣਾ ਕੋਵਿਡ ਲਈ। ਅਸੀਂ ਚੋਣ ਨਹੀਂ ਕੀਤੀ ਜੀ, ਅਸੀਂ ਕਿਹਾ ਵੀ ਕਿਉਂਕਿ ਲੋਕਾਂ ਦੀ ਸਿਹਤ ਦਾ ਸਵਾਲ ਆ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਸਰਕਾਰ ਦੇ ਨਾਲ ਖੜ੍ਹੇ, ਉਹਨਾਂ ਨੂੰ ਅਪਰੂਵ ਕਰਾਤਾ ਵੀ $1 ਬਿਲੀਅਨ ਜਿਹੜਾ ਪਾਸੇ ਕੱਢ ਕੇ ਰੱਖ ਦਿਓ ਸਿਰਫ ਕੋਵਿਡ ਲਈ, ਸਪੈਸੀਫਿਕਲੀ ਫॉर ਕੋਵਿਡ, ਠੀਕ ਹੈ। ਹੁਣ ਉਦੋਂ ਬਾਅਦ ਉਹਦਾ ਉਹਨਾਂ ਨੇ ਕੀ ਕੀਤਾ, ਕਿੱਥੇ ਖਰਚੇ,
ਸਾਨੂੰ ਕੁਝ ਨਹੀਂ ਪਤਾ, ਕਿਉਂਕਿ ਉਦੋਂ ਬਾਅਦ ਜਦੋਂ ਲੋਕੀ ਗਏ ਸਾਨੂੰ ਸੱਦ ਹੀ ਨਹੀਂ ਰਹੇ। ਹੁਣ ਅਸੀਂ ਉਹਨਾਂ ਨੂੰ ਕਹਿਣਾ ਵੀ ਸਾਨੂੰ ਦੱਸੋ ਵੀ ਤੁਸੀਂ ਕਿੱਥੇ ਖਰਚੇ ਨੇ, ਠੀਕ ਹੈ, ਤੁਸੀਂ ਮੈਨੀਟੋਬਨਸ ਦੀ ਸਪੋਰਟ ਕੀਤੀ ਵੀ ਹੈ ਕਿ ਨਹੀਂ ਕੀਤੀ। ਹੁਣ ਤੱਕ ਸਰਕਾਰ ਨੇ ਜਿਹੜਾ ਸਾਨੂੰ ਜਿੰਨਾ ਕੁ ਸਾਨੂੰ ਪਤਾ ਲੱਗਿਆ ਵੀ $106 ਮਿਲੀਅਨ ਸਾਰੇ ਖਰਚੇ ਆ ਕੋਵਿਡ ਦੇ ਜਿਹੜੇ ਪ੍ਰੋਗਰਾਮਾਂ 'ਤੇ, ਠੀਕ ਹੈ, ਅਤੇ ਟੋਟਲ 294 ਲਗਭਗ $300 ਮਿਲੀਅਨ ਸੀ। 300 'ਚੋਂ 100 ਤਾਂ ਖਰਚਦਾ, 200 ਅਨਸਪੈਂਟ ਪਿਆ। ਉਹ ਜਿਹੜਾ 200 ਜਾਂ 190 ਲਗਭਗ ਹੈ, ਮਤਲਬ ਇਹ ਫਿਗਰ ਅਸੀਂ ਉਦੋਂ ਦੇ ਕਹੀ ਜਾ ਰਹੇ ਹਾਂ ਵੀ ਯਾਰ ਬੱਚਿਆਂ 'ਤੇ ਖਰਚ ਦਿਓ, ਸਕੂਲਾਂ 'ਤੇ ਖਰਚ ਦਿਓ, ਸਕੂਲਾਂ ਦੇ ਕਲਾਸ ਸਾਈਜ਼ ਛੋਟੇ ਕਰ ਦਿਓ, ਹੋਰ ਡਰਾਈਵਰ ਹਾਇਰ ਕਰ ਲਓ, ਬੱਸਾਂ ਹੋਰ ਹਾਇਰ ਕਰ ਲਓ ਤਾਂ ਕਿ ਸਾਡੇ ਬੱਚੇ ਸੇਫ ਰਹਿਣ। ਉਹ ਸਾਡਾ ਪੈਸਾ, ਪਬਲਿਕ ਦਾ ਪੈਸਾ ਪਬਲਿਕ 'ਤੇ ਲਾ ਦਿਓ। ਉਹ ਕਹਿੰਦੇ ਉਹੀ ਜਿਵੇਂ ਕਹਿੰਦੇ ਵੀ ਜਵਾਕਾਂ ਨੂੰ ਭੁੱਖਾ ਮਾਰ ਕੇ ਬਾਪੂ ਕਹਿੰਦਾ ਵੀ ਮੈਂ ਤਾਂ ਪਰਿਵਾਰ ਦਾ ਬਜਟ ਬੈਲੈਂਸ ਕਰਨਾ, ਉਹ ਮੈਨੂੰ ਤਾਂ ਪਸੰਦ ਨਹੀਂ ਹੈ। ਸੋ ਮਤਲਬ ਇਹ ਹੈ ਕਿ ਲੈਜਿਸਲੇਚਰ ਦੇ ਵਿੱਚ ਤੁਹਾਡੀ ਆਵਾਜ਼ ਫਿਰ ਤੋਂ ਆਪਾਂ ਸੁਣ ਸਕਦੇ ਹਾਂ ਅਕਤੂਬਰ ਦੇ ਵਿੱਚ। ਸੋ ਜੋ ਵੀ ਤੁਹਾਡੀ ਆਵਾਜ਼ ਹੋਊਗੀ, ਜੋ ਵੀ ਤੁਹਾਡੀਆਂ ਪਾਲਿਸੀਜ਼ ਦੀਆਂ, ਆਪੋਜੀਸ਼ਨ ਦੀਆਂ ਪਾਲਿਸੀਜ਼ ਨੇ ਜਾਂ ਬਾਕੀ ਪਾਰਟੀਜ਼ ਦੀਆਂ ਪਾਲਿਸੀਜ਼ ਨੇ ਜਾਂ ਬਾਕੀ MLAs ਦੀਆਂ ਪਾਲਿਸੀਜ਼ ਨੇ ਜਾਂ ਉਹਨਾਂ ਦੇ ਕੋਈ ਬਿਆਨ ਨੇ, ਉਹ ਅਕਤੂਬਰ ਤੋਂ ਬਾਅਦ ਜਿਹੜੇ ਆ ਉਹ ਲੈਜਿਸਲੇਚਰ ਗੂੰਜਣਗੇ। ਹਾਂਜੀ, ਅਸੀਂ ਤਾਂ ਰੌਲਾ ਅਜੇ ਵੀ ਪਾਈ ਜਾਣਾ, ਅਸੀਂ ਚੁੱਪ ਕਰਕੇ ਨਹੀਂ ਬਹਿ ਜਾਣਾ ਵੀ ਕੋਈ ਨਾ 7 ਅਕਤੂਬਰ ਆ ਗਿਆ ਤਾਂ ਵੇਖਾਂਗੇ। ਅਸੀਂ ਤਾਂ ਫੇਰ ਕਹਿਣਾ ਵੀ ਕੱਲ੍ਹ ਨੂੰ, ਪਰਸੋਂ ਸੱਦੋ, ਪਹਿਲੇ ਹਫ਼ਤੇ ਸੱਦੋ, ਸਤੰਬਰ ਦੇ 8 ਸਤੰਬਰ ਨੂੰ ਜਿੱਦਾਂ ਸਕੂਲਾਂ 'ਚ ਟੀਚਰ ਆਉਣੇ ਆ, ਬੱਚੇ ਆਉਣੇ ਆ, ਸਾਨੂੰ ਉਸੇ ਦਿਨ ਸੱਦੋ ਜੀ, ਅਸੀਂ ਤਾਂ ਤਿਆਰ ਹਾਂ ਬੋਲਣ। ਸੋ ਮਤਲਬ ਹਾਲੇ ਇਹਦੀ ਉਮੀਦ ਨਹੀਂ ਕਰ ਸਕਦੇ, ਤਾਂ ਨਹੀਂ ਕਰ ਸਕਦੇ ਕਿਉਂਕਿ ਜਦੋਂ ਪ੍ਰੈਸ ਨੇ ਕੰਟੈਕਟ ਕੀਤਾ, ਜਿਹੜਾ ਹਾਊਸ ਲੀਡਰ ਹੈ ਕੈਵਿਨ ਗਰਟਸਨ, ਤਾਂ ਉਹਨਾਂ ਨੇ ਰਿਸਪੌਂਡ ਹੀ ਨਹੀਂ ਕੀਤਾ ਰਿਕੁਐਸਟ। ਮਤਲਬ ਉਹਨਾਂ ਦਾ ਹਾਲੇ ਤਿਆਰ ਨਹੀਂ ਗੇ ਸਰਕਾਰ, ਨਹੀਂ ਤਾਂ ਦੱਸ ਦਿੰਦੇ ਅਕਤੂਬਰ ਦੇ ਵਿੱਚ ਦੁਬਾਰਾ ਤੁਹਾਡਾ ਜਿਹੜਾ ਸੈਸ਼ਨ ਸ਼ੁਰੂ ਹੋਊਗਾ। ਡਾਕਟਰ ਸਾਹਿਬ ਗੱਲਬਾਤ ਹੋਰ ਵੀ ਕਰਾਂਗੇ, ਕਿ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆ ਕੇ ਹੋਰ ਕਿਸੇ ਗੱਲ 'ਤੇ ਚਰਚਾ ਕਰਦੇ ਹਾਂ। ਕਿਸੇ ਦਾ ਕੋਈ ਸਵਾਲ ਹੋਵੇ ਤਾਂ ਜ਼ਰੂਰ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਸ਼ੇਅਰ ਕਰ ਸਕਦੇ ਹੋ। 204 404 2444 204 404 2444 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਦਲਜੀਤ ਬਰਾੜ ਸਾਹਿਬ ਨਾਲ ਇੱਕ ਜੇ ਗੱਲਬਾਤ ਕਰਨੀ ਹੈ ਤਾਂ ਇਹਨਾਂ ਦਾ ਇੱਕ ਮੈਸੇਜ ਪਲੇ ਹੋ ਰਿਹਾ ਜੀ, ਉਸ ਮੈਸੇਜ ਦੇ ਤੁਸੀਂ ਇਹਨਾਂ ਦਾ ਇਨਫੋਰਮੇਸ਼ਨ ਲੈ ਕੇ ਕੰਟੈਕਟ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ ਰੰਗ ਰੋਸ਼ਨੀ ਤੇ ਮੁਹੱਬਤ ਦੇ ਪੈਗਾਮ ਵੰਡਦਾ ਰੇਡੀਓ ਆਵਾਜ਼ 96.9 FM। ਰੇਡੀਓ ਆਵਾਜ਼ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਬਾਤ ਤੁਹਾਨੂੰ ਪਤਾ ਹੀ ਹੈ MLA ਸਾਹਿਬ ਨਾਲ ਚੱਲ ਰਹੀ ਹੈ ਕਿ ਕਿਵੇਂ ਆਪਾਂ ਜੋ ਹਫ਼ਤੇ ਦੇ ਵਿੱਚ ਘਟਨਾਵਾਂ ਵਾਪਰੀਆਂ ਉਹਦਾ ਸਾਡੀ ਲਾਈਫ 'ਤੇ ਕੀ ਇੰਪੈਕਟ ਪਿਆ। ਬਰਾੜ ਸਾਹਿਬ ਪਿੱਛੇ ਜੇ ਫੇਜ਼ 4 ਓਪਨਿੰਗ ਦੇ ਵਿੱਚ ਗੱਲ ਆਈ ਸੀ ਕਿ ਕੁਆਰੰਟੀਨ ਜਿਹੜੀ ਕੰਡੀਸ਼ਨ ਹੈ ਉਹ ਖਤਮ ਕਰ ਦਿੱਤੀ ਜਾਣੀ ਹੈ। ਫੇਸਬੁੱਕ ਦੇ ਉੱਪਰ ਅਤੇ ਅਕਸਰ ਫੋਨ ਦੇ ਉੱਪਰ ਬਹੁਤ ਸਾਰੇ ਲੋਕ ਜਿਹੜੇ ਉਹ ਮੈਨੂੰ ਫੋਨ ਵੀ ਕਰਦੇ ਆ, ਮੈਸੇਜ ਵੀ ਕਰਦੇ ਆ ਕਿ ਜੇ ਆਪਾਂ ਕੈਲਗਰੀ ਸਾਈਡ ਤੋਂ ਅਲਬਰਟਾ ਤੋਂ ਆਉਂਦੇ ਹਾਂ ਅਤੇ ਕੀ ਇਹ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ। ਮੈਨੂੰ ਇਹ ਲੱਗਦਾ ਵੀ ਕੁਛ ਐਕਸੈਪਸ਼ਨਸ ਹੈਗੀਆਂ। ਅਲਬਰਟਾ ਐਂਡ ਜਿਹੜਾ ਵੈਸਟਰਨ ਪਾਰਟ ਆਫ ontario ਹੈ, ਕੁਛ ਪਾਰਟ ਮੈਨੂੰ ਐਗਜ਼ੈਕਟ ਬਾਉਂਡਰੀ ਨਹੀਂ ਪਤਾ, ਸ਼ਾਇਦ ਉੱਥੋਂ ਤੱਕ ਹੋਵੇ। ਉੱਥੋਂ ਸਾਨੂੰ ਅਜੇ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੈਗੀ, 14 ਡੇ ਕੁਆਰੰਟਾਈਨ ਦੀ। ਪਰ ਜੇ ਤੁਸੀਂ ਫਾਰ ਈਸਟ ਤੋਂ ਆਉਣੇ ਹੋ ਜਾਂ BC ਤੋਂ ਆਉਣੇ ਹੋ ਤਾਂ ਫਿਰ ਹੈਗੀ। ਸੋ ਬਹੁਤ ਸਾਰੇ ਸਟੂਡੈਂਟ ਮੂਵ ਹੋ ਰਹੇ, ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਕਿ ਆਪਾਂ ਮੂਵ ਹੋ ਰਹੇ ਹਾਂ ਅਤੇ ਸਾਨੂੰ ਕਰਨ ਦੀ ਲੋੜ ਹੈ ਜਾਂ ਨਹੀਂ। ਸੋ ਅਲਬਰਟਾ ਵਾਲਿਆਂ ਨੂੰ ਲੋੜ ਨਹੀਂ ਗੀ, ਸਸਕੈਚੁਅਨ ਨੂੰ ਵੀ ਲੋੜ ਨਹੀਂ ਮੇਰੇ ਖਿਆਲ 'ਚ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ, ਜਿਵੇਂ ਜੇ ਆਪਾਂ ਜਦੋਂ ਲੋੜ 'ਤੇ ਆ ਜਾਂਦੇ ਹਾਂ ਨਾ, ਜਿਵੇਂ ਹੈਲਮਟ ਪਾਉਣਾ ਕਿ ਨਹੀਂ ਪਾਉਣਾ, ਵੀ ਜੇ ਪੁਲਿਸ ਖੜੀ ਤਾਂ ਪਾ ਲਓ। ਤੁਸੀਂ ਇਹ ਦੇਖੋ, ਮੈਂ ਆਪਣੇ ਸਭ ਸਹੀ ਕਰਦਾ ਕਿ ਇਹ ਮਤਲਬ ਸਰਕਾਰ ਵੱਲੋਂ ਹਦਾਇਤ ਨਹੀਂ ਹੈ, ਪਰ ਤੁਸੀਂ ਕਰ ਸਕਦੇ ਹੋ। ਪਰ ਜੇ ਤੁਹਾਨੂੰ ਇਹ ਲੱਗਦਾ ਮੈਂ ਅਲਬਰਟਾ ਤੋਂ ਆਇਆ, ਪਰ ਤੁਹਾਨੂੰ ਇਹ ਲੱਗਦਾ ਮੈਂ ਅਫੋਰਡ ਕਰਦਾ 14 ਦਿਨ ਕੁਆਰੰਟਾਈਨ, ਮੈਂ ਲੋਕਾਂ ਨੂੰ ਨਾ ਮਿਲਾਂ, ਉੱਥੇ ਕੇਸਿਸ ਹੋ ਸਕਦੇ ਆ, ਤਾਂ ਉਹ ਗੁੱਡ ਫੇਥ ਦੇ ਵਿੱਚ ਕਰ ਲੈਣੀ ਚਾਹੀਦੀ। ਇਹ ਨਹੀਂਗਾ ਵੀ ਜੇ ਪੁਲਿਸ ਨਹੀਂ ਫੜਦੀ ਤਾਂ ਕੁਝ ਮਰਜ਼ੀ ਕਰੀ ਜਾਓ। ਸਾਡੀ ਆਦਤ ਨਹੀਂ, ਜੋ ਸਵਾਲ ਆਉਂਦੇ ਤੁਹਾਨੂੰ ਪੁੱਛਣੇ ਪੈਂਦੇ ਆ। ਜੀ। ਸੋ ਗੱਲਬਾਤ ਬਰਾੜ ਸਾਹਿਬ ਪਿੱਛੇ ਜੀ ਆਪਾਂ ਕੀਤੀ ਸੀ, ਆਪਣੇ ਹਸਪੀਟਲ ਦੇ CEO ਜੀ ਨੇ ਉਹ ਵੀ ਕੁਆਰੰਟਾਈਨ ਨਹੀਂ ਸੀ ਕਰਦੇ। ਸੋ ਉਹ ਕਾਫੀ ਰੌਲਾ ਪਿਆ ਪ੍ਰੈਸ 'ਚ, ਆਪਾਂ ਵੀ ਬਹੁਤ ਉਹਦੀ ਗੱਲਬਾਤ ਕੀਤੀ ਤੇ ਉਹਦਾ ਕੋਈ ਹੋਇਆ ਹੱਲ ਕਿ ਹਾਲੇ ਇੱਦਾਂ ਹੀ? ਸੇਂਟ ਬੋਨਾਫੇਸ ਹਸਪਤਾਲ ਦੇ CEO ਮਾਰਟਿਨ ਬੂਸ਼ਰਡ ਕੁਬੈਕ ਰਹਿੰਦੇ ਆ ਜੀ। ਉਹਨਾਂ ਦਾ ਕੰਟਰੈਕਟ ਹੀ ਇਸ ਤਰ੍ਹਾਂ ਦਾ ਸੀ ਵੀ ਨੌਕਰੀ ਤੁਸੀਂ ਇੱਥੇ ਕਰਨੀ ਹੈ, ਤੁਸੀਂ ਹਰ ਹਫ਼ਤੇ ਤੁਸੀਂ ਉੱਥੇ ਜਾ ਸਕਦੇ ਹੋ। ਅਤੇ ਉਹਨਾਂ ਨੇ 2018 ਤੋਂ ਲੈ ਕੇ ਲਗਭਗ ਹਰ ਹਫ਼ਤੇ ਵੀ ਫਲਾਈਬੈਕ ਉੱਡ ਗਏ ਵਾਪਸ, ਅਤੇ ਇੱਥੇ ਆ ਕੇ ਉੱਡ ਗਏ ਵਾਪਸ। ਹੁਣ ਕੀ ਹੋਇਆ, ਅਪ੍ਰੈਲ ਤੋਂ ਉਹ ਪਹਿਲਾਂ ਆਪਣੀ ਇਹ ਸਾਰੀ ਗੱਲਬਾਤ ਹੋਈ ਹੈ ਵੀ ਅਪ੍ਰੈਲ ਤੋਂ ਉਹ ਕੁਬੈਕ ਬੈਠੇ ਸੀ ਜਿੱਥੇ ਕੇਸਿਸ ਬਹੁਤ ਜ਼ਿਆਦਾ ਕੁਬੈਕ ਦੇ ਉਸ ਏਰੀਏ ਦੇ ਵਿੱਚ ਸੀਗੇ। ਉਹ ਸ਼ਾਇਦ ਮੌਂਟਰੀਅਲ ਦੇ ਕਿਸੇ ਸਬਰਬ ਦੇ ਵਿੱਚ ਸੀਗੇ। ਉਹ ਆ ਗਏ ਜੀ ਇੱਥੇ ਅਗਸਤ ਦੇ ਸ਼ੁਰੂ 'ਚ, ਅਤੇ ਉਹਨਾਂ ਨੇ ਆ ਕੇ ਆਪਦਾ ਕੰਮ ਕਰਨਾ ਸ਼ੁਰੂ ਕਰਤਾ। ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜਾ ਇੱਕ ਟੌਪ ਪੋਜੀਸ਼ਨ 'ਤੇ ਬੰਦਾ ਬੈਠਾ ਹੈ, ਉਹ ਕਹਿੰਦੇ ਵੀ ਉਹਨਾਂ ਨੇ ਜੀ ਕੁਆਰੰਟਾਈਨ ਕੀਤਾ ਹੀ ਨਹੀਂ, ਸਿੱਧਾ ਕੰਮ ਸ਼ੁਰੂ ਕਰਤਾ।
ਲੋਕਾਂ ਨੇ ਜਦੋਂ ਪ੍ਰੈਸ ਦੇ ਵਿੱਚ ਸਵਾਲ ਪੁੱਛੇ, ਹਾਹਾਕਾਰ ਮੱਚੀ। ਉਹ ਹੁਣ ਕਹਿੰਦੇ ਵੀ ਚੱਲ ਮੈਂ ਹੁਣ ਕਰ ਲੈਂਦੀ ਹਾਂ। ਉਹ 17 ਅਗਸਤ ਤੋਂ ਉਹਨਾਂ ਨੇ ਹੁਣ ਕੁਆਰੰਟਾਈਨ ਸ਼ੁਰੂ ਕਰਤੀ ਅਤੇ ਨਾਲ ਇਹ ਵੀ ਕਹਿਤਾ ਵੀ ਹੁਣ ਮੇਰਾ ਪਲਾਨ ਆਇਆ ਮੈਂ ਜ਼ਿਆਦਾ ਵਿਨੀਪੈਗ ਰਿਹਾ ਕਰੂੰਗੀ। ਠੀਕ ਹੈ ਜੀ, ਚਲੋ ਮਤਲਬ ਇਹ ਹੈ ਕਿ ਜੇ ਅਸੀਂ ਆਵਾਜ਼ ਚੁੱਕਦੇ ਹਾਂ ਤਾਂ ਉਹਦਾ ਹੱਲ ਜਿਹੜਾ ਵਾ ਉਹ ਜ਼ਰੂਰ ਹੁੰਦਾ, ਪਰ ਜੇ ਅਸੀਂ ਆਵਾਜ਼ ਚੁੱਕਾਂਗੇ ਨਾ ਤਾਂ ਕੋਈ ਵੀ ਹੱਲ ਨਹੀਂ ਹੁੰਦਾ। ਸੋ ਬਰਾੜ ਸਾਹਿਬ, ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆ ਰਹੀ ਸੀ, ਜਦੋਂ ਉਹ ਬੰਦਾ ਓਨਟੈਰੀਓ ਤੋਂ ਮੂਵ ਹੁੰਦਾ ਹੈ ਨਾ, ਸਟੂਡੈਂਟ ਕੋਈ ਜਾਂ ਕੋਈ ਵੀ ਇਨਸਾਨ ਮੂਵ ਹੁੰਦਾ, ਉੱਥੇ ਜਿਹੜਾ ਵੇਜ ਰੇਟ ਆ ਉਹ 14-25 ਹੈ ਅਤੇ ਉੱਥੇ ਨੋਰਮਲੀ ਉਹਨਾਂ ਨੂੰ 15-16 ਜੋਬ ਮਿਲ ਜਾਂਦੀ ਹੈ। ਉਹ ਜਦੋਂ ਉੱਧਰੋਂ ਚੱਲ ਕੇ ਇੱਧਰ ਨੂੰ ਆਉਂਦਾ ਅਤੇ ਇੱਧਰ ਆਉਂਦਿਆਂ ਜਿਹੜਾ ਮਿਨੀਮਮ ਵੇਜ ਰੇਟ ਹੈ 11-65 ਹੈ, ਅਤੇ ਨੋਰਮਲੀ 11-65 ਦੀ ਜੋਬਸ ਹੁੰਦੀਆਂ ਨੇ, ਘੱਟ ਵੀ ਲੋਕ ਦਿੰਦੇ ਆ ਕਈ, ਉਹ ਚਲੋ ਵੱਖਰੀ ਗੱਲ ਹੈ, ਬਟ ਜਿਹੜੇ ਲੀਗਲ ਵੇ ਦੇ ਨਾਲ ਪੇਮੈਂਟ ਆ ਰਹੀ ਹੈ ਉਹ 11-65 'ਤੇ ਆ ਰਹੀ ਹੈ। ਅਤੇ ਜੇ ਕੋਈ ਬਹੁਤਾ ਸਕਿਲਡ ਹੈ ਤਾਂ 12-25 ਤੱਕ ਸੁਣਿਆ ਮੈਂ। ਬਹੁਤ ਜ਼ਿਆਦਾ ਬਹੁਤ ਹਾਈਲੀ ਸਕਿਲਡ ਜਾਂ ਕੋਈ ਆਪਾਂ ਕਹਿ ਲਈਏ ਨਾ ਕਾਰਪੋਰੇਟ ਦੇ ਵਿੱਚ ਜੋਬ ਮਿਲਦੀ ਹੈ। ਜੇ ਆਪਾਂ ਆਪਣੀ ਕਮਿਊਨਿਟੀ ਦੇ ਲੋਕਲ ਬਿਜ਼ਨਸ ਦੀ ਗੱਲ ਕਰੀਏ ਤਾਂ 11-65 'ਤੇ ਨੋਰਮਲੀ ਹਾਇਰਿੰਗ ਹੁੰਦੀ ਹੈ। ਸੋ ਮਿਨੀਮਮ ਵੇਜ ਦੇ ਬਾਰੇ ਮਤਲਬ ਇਹ ਡਿਫਰੈਂਸ ਪ੍ਰੋਵਿੰਸਿਸ ਵਿੱਚ ਕਿੱਦਾਂ ਮੇਨਟੇਨ ਹੋਊਗਾ? ਕਿਉਂਕਿ ਲੋਕਾਂ ਦੀ ਬੜਾ ਫੋਬੀਆ ਹੁੰਦਾ, ਬੜਾ ਸ਼ੌਕ ਲੱਗਦਾ ਆ ਕੇ ਉਹਨਾਂ ਨੂੰ ਨਾ। ਓਨਟੈਰੀਓ 'ਚ 15 ਜੀ, 15 ਮਿਨੀਮਮ ਵੇਜ ਮੇਰਾ ਖਿਆਲ। ਅਲਬਰਟਾ 'ਚ ਵੀ 15 ਹੈ, ਕੁਬੈਕ 'ਚ ਸ਼ਾਇਦ 14 ਹੈ। ਮੈਨੂੰ ਐਗਜ਼ੈਕਟ ਫਿਗਰਸ ਨਹੀਂ ਪਤਾ, ਮੈਂ ਤੁਹਾਨੂੰ ਆਈਡੀਆ ਦੇ ਰਿਹਾ, ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਵੀ ਮੈਨੀਟੋਬਾ ਤੋਂ ਜੇ ਘੱਟ ਕਿਤੇ ਵੇਜ ਹੈਗਾ ਤਾਂ ਉਹ ਸਿਰਫ ਸਸਕੈਚੂਨ ਹੈ, ਆਪਣੇ ਲਾਗੇ $11 ਤੇ 35 ਸੈਂਟਸ 32 ਸੈਂਟ, ਆਪਣੇ 11.65 ਹੈ। ਸੋ ਇਹਦਾ ਕੀ ਇੰਪੈਕਟ ਪੈਂਦਾ ਇਕੋਨਮੀ 'ਤੇ? ਤੁਸੀਂ ਦੇਖੋ, ਪਹਿਲੀ ਤਾਂ ਗੱਲ ਇਹ ਹੈ ਵੀ ਇਹਨੂੰ ਇਉਂ ਸਮਝਣ ਦੀ ਲੋੜ ਹੈ ਵੀ ਮਿਨੀਮਮ ਵੇਜਸ ਕਿੱਥੇ ਹੁੰਦੇ ਆ। ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਹੈ ਜਿੱਥੇ ਆਪਾਂ ਬੰਦੇ ਕੰਮ ਕਰਦੇ ਹਾਂ, ਜਾਂ ਕੋਈ ਸਟੂਡੈਂਟ ਬੱਚੇ ਕੰਮ ਕਰਦੇ ਆ, ਜਾਂ ਖਾਸ ਤੌਰ 'ਤੇ ਲੇਡੀਜ਼ ਕੰਮ ਕਰਦੀਆਂ ਨੇ, ਸਾਲਾਂ ਬੱਧੀ ਮਿਨੀਮਮ ਵੇਜ 'ਤੇ ਉਹ ਕੰਮ ਕਰਦੀਆਂ ਰਹਿੰਦੀਆਂ। ਹੁਣ ਜੇ ਮਿਨੀਮਮ ਵੇਜ ਜੇ ਮੰਨ ਲਓ 10,000 EMPLOYE ਕੰਮ ਕਰਦਾ ਕਿਸੇ ਕੰਪਨੀ ਦੇ ਵਿੱਚ, ਤਾਂ ਉਹਨਾਂ ਨੇ $1 ਮਿਨੀਮਮ ਵੇਜ ਵਧਾਤਾ ਘੰਟੇ ਦਾ, ਤਾਂ ਉਹਨਾਂ ਦਾ 1 ਘੰਟੇ ਦਾ $10,000 ਰਾਈਟ ਵੇ ਖਰਚਾ ਵੱਧ ਜਾਂਦਾ ਜੀ। ਤਾਂ ਫਿਰ ਕਾਰਪੋਰੇਸ਼ਨਸ ਦਾ ਇੰਟਰਸਟ ਕੀ ਹੋਊਗਾ ਕਿ ਮਿਨੀਮਮ ਵੇਜ ਘੱਟ ਤੋਂ ਘੱਟ ਰਵੇ, ਹੈ ਨਾ। ਹੁਣ ਤੁਸੀਂ ਇਹ ਗੱਲ ਸੋਚ ਕੇ ਦੇਖੋ, ਇਹ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਭਲੀ ਭਾਂਤ ਸਮਝ ਹੈ ਵੀ $11 ਤੇ 65 ਸੈਂਟ ਨਾਲ ਪਰਿਵਾਰ ਪਲਦਾ। ਜੇ ਤੁਸੀਂ ਮਿਨੀਮਮ ਵੇਜ 'ਤੇ ਹੈਗੇ ਹੋ ਦੋਵੇਂ ਜਣੇ, ਜਾਂ ਅਨਫੋਰਚੂਨੇਟਲੀ ਤੁਸੀਂ ਸਿੰਗਲ ਡੈਡ ਜਾਂ ਸਿੰਗਲ ਮੌਮ ਹੋ, ਤਾਂ ਤੁਹਾਡੇ ਬੱਚੇ ਕਿੰਨੇ ਅਨਫੋਰਚੂਨੇਟ ਹੋਣਗੇ ਕਿ ਤੁਹਾਨੂੰ ਲੱਗਦਾ ਨਹੀਂ ਵੀ ਘੱਟੋ ਘੱਟ 15 ਹੋਣਾ ਚਾਹੀਦਾ। ਉਹ ਵੀ ਇਸ ਧਰਤੀ 'ਤੇ ਆਏ ਨੇ, ਉਹਨਾਂ ਨੂੰ ਲੈਸ ਫਾਰਚੂਨੇਟ ਨੇ, ਕਿਸੇ ਰੀਜ਼ਨ ਕਰਕੇ ਉਹ ਨੌਕਰੀ ਨਹੀਂ ਲੈ ਸਕੇ, ਜਾਂ ਕਿਸੇ ਰੀਜ਼ਨ ਕਰਕੇ ਉਹ ਮਾਈਗ੍ਰੇਟ ਹੋ ਗਏ, ਉੱਥੇ ਬਹੁਤ ਵੱਡੀਆਂ ਪੋਜੀਸ਼ਨਾਂ 'ਤੇ ਬੈਠੇ ਸੀ ਆਪਦੇ ਮੁਲਕਾਂ ਦੇ ਵਿੱਚ, ਜਦੋਂ ਇੱਥੇ ਆ ਗਏ ਉਹ ਕਿਸੇ ਕੰਪਨੀ ਦੇ ਫਰੰਟ ਡੈਸਕ 'ਤੇ ਕੰਮ ਕਰੀ ਜਾ ਰਹੇ ਆ, ਜਾਂ ਕਿਸੇ ਗਰੋਸਰੀ ਸਟੋਰ 'ਤੇ ਉਹ ਬਿੱਲ ਕੱਟੀ ਜਾ ਰਹੇ ਆ 11.65 'ਤੇ, ਤਾਂ ਉਹਨਾਂ ਦੀ ਦੁਰਦਸ਼ਾ ਕਿੰਨੀ ਹੁੰਦੀ ਹੋਣੀ ਆ। ਉਹਨਾਂ ਦੇ ਬੱਚਿਆਂ ਨੂੰ ਉਹ ਕਿੰਨਾ ਕੁ ਪੈਸਾ ਸਪੇਅਰ ਕਰ ਸਕਦੇ ਹੋਣੇ। ਸਰਕਾਰ ਜਦੋਂ ਕੋਈ ਪਾਲਿਸੀ ਫਰੇਮ ਕਰਦੀ ਹੈ, ਜਿਵੇਂ ਹਰ ਪ੍ਰੋਵਿੰਸ਼ੀਅਲ ਲੈਵਲ 'ਤੇ ਚੇਂਜ ਹੋਗੀ, ਉਹ ਕਿਵੇਂ ਪਾਲਿਸੀ ਚੇਂਜ ਹੁੰਦੀਆਂ, ਕੀ ਉਹ ਦੇਖਦੇ ਆ ਕਿ ਕਿੱਦਾਂ ਸਰਕਾਰ ਤੱਕ ਉਹ ਆਵਾਜ਼ ਪਹੁੰਚਦੀ ਹੈ, ਇਹ ਕਿਹੜਾ ਤਰੀਕਾ ਕੀ ਹੈ? ਦੇਖੋ, ਮੰਨ ਲਓ ਕੋਈ ਵੀ ਬੰਦਾ ਹੈ, ਜਿਹੜਾ ਕੋਈ ਮਿਨਿਸਟਰ ਹੈ ਜਾਂ ਕੋਈ MLA ਹੈ, ਉਹ ਚੈਂਬਰ ਦੇ ਵਿੱਚ ਕੋਈ ਬਿੱਲ ਪੇਸ਼ ਕਰ ਦਿੰਦਾ, ਤਾਂ ਉਸ ਬਿੱਲ 'ਤੇ ਜਾਂ ਸਾਰੇ ਐਗਰੀ ਕਰ ਦਿੰਦੇ ਆ, ਜਾਂ ਕੁਝ ਬੰਦੇ ਡਿਸਐਗਰੀ ਕਰਦੇ, ਉਹ ਵੋਟਿੰਗ ਹੋਣੀ ਹੈ। ਉਹਦੇ ਵਿੱਚ ਜੇ ਮੰਨ ਲਓ ਆਪਣੇ 57 MLA, ਉਹਦੇ 'ਚੋਂ 50% ਤੋਂ ਵੱਧ ਮਤਲਬ 1 ਵੋਟ ਪਲੱਸ ਜੇ ਉਹਨਾਂ ਨੇ ਯੈਸ ਕਰਤੀ ਤਾਂ ਉਹ ਬਿੱਲ ਪਾਸ ਹੋ ਜਾਣਾ। ਉਹ ਬਿੱਲ ਬਸ ਤੁਸੀਂ ਇੱਕ ਪ੍ਰਪੋਜ਼ ਕਰਨਾ ਅਤੇ ਉਹ ਪਾਸ ਜਾਂ ਫੇਲ ਹੋਣਾ, ਉਹ ਡਿਪੈਂਡ ਕਰਦਾ ਹੈ ਕਿ ਕਿਹੜੀ ਪਾਰਟੀ ਦੀਆਂ ਵੱਧ ਵੋਟਾਂ ਨੇ ਜਾਂ ਕਿਸ ਬਿੱਲ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਜੀ। ਸੋ ਮੈਨੂੰ ਇਹ ਪਰਸਨਲੀ ਇਹ ਲੱਗਦਾ ਹੈ ਕਿ ਰਿਸਰਚ ਬੇਸਡ ਗੱਲ ਹੈ। ਜਿਹੜਾ ਕੈਨੇਡੀਅਨ ਸੈਂਟਰ ਫॉर ਪੋਲਿਸੀ ਅਲਟਰਨੇਟਿਵ ਹੈ, ਉਹਨਾਂ ਦੀ ਇੱਕ ਲੇਟੈਸਟ ਰਿਪੋਰਟ ਆਈ ਹੈ, ਵਿਚ ਇਜ਼ ਅ ਗਰੁੱਪ ਆਫ ਸਾਇੰਟਿਸਟਸ। ਹੁਣ ਇੱਕ ਸਾਇੰਟਿਸਟ ਜਿਹੜੇ ਬੰਦੇ ਨੇ 42 ਬੰਦਿਆਂ ਦੀ ਸਟੱਡੀ ਕੀਤੀ ਹੈ ਮੈਨੀਟੋਬਾ ਦੇ ਵਿੱਚ, 42 ਵਰਕਰਸ ਦੀ, ਉਹਦੇ ਵਿੱਚ ਬ੍ਰੈਂਡਨ ਦੇ ਵਿੱਚ, ਰੂਰਲ ਮੈਨੀਟੋਬਾ ਦੇ ਵਿੱਚ, ਵਿਨੀਪੈਗ ਦੇ ਵਿੱਚ, ਉਹਨਾਂ ਨੇ ਲੋਕਾਂ ਨੂੰ ਸਟੱਡੀ ਕਰਕੇ ਉਹਨਾਂ ਦੀ ਮਤਲਬ ਲਿਵਡ ਐਕਸਪੀਰੀਐਂਸਿਸ ਆਫ ਮੈਨੀਟੋਬਾ ਵਰਕਰਸ ਐਂਡ ਪੋਲਿਸੀ ਇੰਪਲੀਕੇਸ਼ਨਸ ਉਹਦਾ ਨਾਂ ਰੱਖਿਆ ਉਹਨਾਂ ਨੇ, ਸਰਵਾਈਵਿੰਗ ਔਨ ਮਿਨੀਮਮ ਵੇਜਸ, ਜਿਹੜੇ ਰਹਿ ਰਹੇ ਉਹਨਾਂ ਨੂੰ ਜਾ ਕੇ ਸਵਾਲ ਪੁੱਛਿਆ ਅਤੇ ਉਹਦੀ ਚੀਰਫਾੜ ਕੀਤੀ ਹੈ। ਹੁਣ ਇੱਕ ਬੜਾ ਮਿਸਕਨਸੈਪਸ਼ਨ ਚੱਲ ਰਹੀ ਹੈ ਵੀ ਮਿਨੀਮਮ ਵੇਜਸ 'ਤੇ ਤਾਂ ਸਟੂਡੈਂਟ ਹੀ ਕੰਮ ਕਰਦੇ, ਛੋਟੇ 15-16 ਸਾਲਾਂ ਵਾਲੇ। ਇਹ ਮਿਸਕਨਸੈਪਸ਼ਨ ਹੈ। ਉਹ ਡੇਟਾ ਉਹਨਾਂ ਨੇ ਗ੍ਰਾਫ ਬਣਾ ਕੇ ਦੱਸਿਆ ਵੀ 24 ਸਾਲ ਤੋਂ ਤਾਂ ਵਾਲੇ ਬੰਦੇ 40 ਸਾਲ ਤੱਕ 45 ਤੱਕ ਵੀ ਮਿਨੀਮਮ ਵੇਜਸ 'ਤੇ ਕੰਮ ਕਰਦੇ ਆ, ਅਤੇ ਕਈ ਸਾਲਾਂ ਤੋਂ ਕਰ ਰਹੇ ਆ। ਇਹ ਨਹੀਂ ਗਾ ਕਿ ਉਹ ਛੋਟੇ ਬੱਚੇ ਹੀ ਕੰਮ ਕਰਦੇ ਆ ਜਿਨ੍ਹਾਂ ਦੇ ਘਰ ਹੈਗੇ ਆ, ਜਿਨ੍ਹਾਂ ਦੇ ਪੇਰੈਂਟਸ ਹੈਗੇ ਆ। ਬੜੇ ਲੋਕ ਹੈ ਜਿਹੜੇ ਮਿਨੀਮਮ ਵੇਜਸ 'ਤੇ ਆਪਣੇ ਪਰਿਵਾਰ ਪਾਲ ਰਹੇ ਆ। ਬੜੀਆਂ ਮੌਮਸ ਨੇ ਜਿਹੜੀਆਂ ਮਿਨੀਮਮ ਵੇਜਸ 'ਤੇ ਰੈਸਟੋਰੈਂਟ 'ਤੇ ਕੰਮ ਕਰਕੇ ਅਤੇ ਟਿਪ 'ਤੇ ਆਪਣਾ ਗੁਜ਼ਾਰਾ ਕਰ ਰਹੀਆਂ ਨੇ, ਬੇਸਮੈਂਟਾਂ 'ਚ ਰਹਿ ਰਹੀਆਂ ਨੇ, ਪੂਅਰ ਕੰਡੀਸ਼ਨਸ ਦੇ ਵਿੱਚ ਰਹਿ ਰਹੀਆਂ ਨੇ। ਉਹ ਸਾਡੇ ਸਿਟੀਜ਼ਨ ਹੈ ਜੀ, ਉਹਨਾਂ ਦੀ ਟੇਕ ਕੇਅਰ ਕਰਨਾ ਸਾਡਾ ਫਰਜ਼ ਹੈ।
ਹੈ, ਸਾਨੂੰ ਡੇਟੇ ਤੇ ਨਿਗਾਹ ਮਾਰਨੀ ਚਾਹੀਦੀ ਹੈ। ਜਿਹੜੇ ਰਿਸਰਚਰ ਹੈਗੇ ਨੇ ਜੈਸੀ ਹੇਜਰ ਜਿਨ੍ਹਾਂ ਨੇ ਇਹ ਰਿਸਰਚ ਕੀਤੀ ਹੈ, ਕੈਨੇਡੀਅਨ ਸੈਂਟਰ ਫॉर ਪੋਲਿਸੀ ਅਲਟਰਨੇਟਿਵ, ਮੈਂ ਅੱਜ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਇਹ ਉਹਨਾਂ ਦੀ ਵਰਡਿੰਗ ਤਾਂ ਇਹ ਹੈ ਵੀ ਇਹ ਕਰੋਨਿਕ ਐਕਸਪਲੋਇਟੇਸ਼ਨ ਆਫ ਪੀਪਲ ਹੈ, ਵੀ ਜਿਹੜੇ ਬੰਦੇ ਵਿਚਾਰੇ ਮਿਨੀਮਮ ਵੇਜਸ 'ਤੇ ਕੰਮ ਕਰ ਰਹੇ ਯਾਰ, ਉਹਨਾਂ ਦਾ ਸ਼ੋਸ਼ਣ ਹੋ ਰਿਹਾ ਇੰਨੇ ਚਿਰ ਤੋਂ, ਉਹਨਾਂ ਨੂੰ ਜ਼ਿਆਦਾ ਪੈਸੇ ਚਾਹੀਦੇ ਤਾਂ ਕਿ ਉਹ ਵੀ ਆਪਣੇ ਪਰਿਵਾਰ ਸੁੱਖ ਨਾਲ ਪਾਲ ਸਕਣ। ਸੋ ਗੱਲਬਾਤ ਫਿਰ ਬਰਾੜ ਸਾਹਿਬ ਉੱਥੇ ਹੁੰਦੀ ਹੈ ਕਿ ਲੋਕਾਂ ਦੀ ਆਵਾਜ਼ ਨਾਲ ਹੀ ਸਭ ਕੁਝ ਚੇਂਜ ਹੁੰਦਾ ਹੈ। ਜੇ ਲੋਕ ਆਵਾਜ਼ ਉਠਾਉਣਗੇ ਤਾਂ ਹੀ ਪਾਲਿਸੀਜ਼ ਚੇਂਜ ਹੋਣਗੀਆਂ। ਸੋ ਆਪਣੇ MLAs ਆਪਣੇ MPs ਨਾਲ ਜ਼ਰੂਰ ਟੱਚ ਰਿਹਾ ਕਰੋ ਕਿ ਕਿਵੇਂ ਕੀ ਚੱਲ ਰਿਹਾ, ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਮਿਲੂਗੀ। ਬਰਾੜ ਸਾਹਿਬ ਹੋਰ ਕੋਈ ਗੱਲਬਾਤ ਜਾਂਦੇ ਇਹ ਆ ਜੀ, ਦੇਖੋ ਹੱਕ ਮੰਗੇ ਹੀ ਮਿਲਣੇ ਆ ਜੀ। ਅਤੇ ਮੈਂ ਸਾਰੇ ਜਿਹੜਾ ਵਰਕਰ ਜਮਾਤ ਹੈ, ਜਿਹੜੇ ਮਿਡਲ ਕਲਾਸ ਲੋਕ ਨੇ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ, ਸਾਰੇ ਸਿਟੀਜ਼ਨਸ ਨੂੰ ਹੀ ਬੇਨਤੀ ਕਰਦਾ, ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਹੱਕ ਸਿਰਫ ਪੈਸੇ ਨਾਲ ਸੰਬੰਧਿਤ ਜਾਂ ਤਨਖਾਹਾਂ ਨਾਲ ਸੰਬੰਧਿਤ ਹੀ ਹੁੰਦੇ ਆ। ਜੇ ਤੁਸੀਂ ਹੱਕ ਮੰਗੋਗੇ ਤਾਂ ਮਿਲੂਗਾ। ਜੇ ਤੁਹਾਨੂੰ ਇਉਂ ਲੱਗਦਾ ਹੈ ਵੀ ਚੱਲ ਕੋਈ ਨਾ ਮੈਨੂੰ ਮਿਲ ਗਈ, ਨਾਲ ਦੇ ਨੂੰ ਨਹੀਂ ਮਿਲੀ, ਜਾਂ ਹਾਂ ਜਦੋਂ ਤੁਸੀਂ ਯੂਨੀਅਨਾਈਜ਼ ਨਹੀਂ ਹੁੰਦੇ, ਜਾਂ ਜਦੋਂ ਤੁਸੀਂ ਇੱਕ ਆਪਦੀ ਜਮਾਤ ਦੇ ਨਾਲ ਨਹੀਂ ਖੜ੍ਹਦੇ, ਜਿੱਥੇ ਤੁਹਾਡਾ ਬੋਲਣਾ ਬਣਦਾ ਉੱਥੇ ਤੁਸੀਂ ਨਹੀਂ ਬੋਲਦੇ ਵੀ ਕਿਉਂਕਿ ਮੇਰਾ ਘਰ ਚੱਲੀ ਜਾਂਦਾ, ਮੇਰੇ ਕਿਹੜਾ ਅੱਗ ਲੱਗੀ ਹੈ, ਗੁਆਂਢੀ ਦੇ ਲੱਗੀ ਹੈ, ਤਾਂ ਜਦੋਂ ਇੱਧਰ ਨੂੰ ਇੱਕ ਚੰਗਿਆੜਾ ਡਿੱਗ ਪਿਆ ਤਾਂ ਉਹ ਤੁਹਾਡੇ ਵੀ ਲੱਗ ਜਾਣੇ ਆ। ਸੋ ਮੈਨੂੰ ਇਹ ਲੱਗਦਾ ਵੀ ਸ਼ੁੱਡ ਫਾਈਟ ਫॉर ਆਵਰ ਰਾਈਟਸ, ਅਤੇ ਉਹ ਤਾਂ ਹੀ ਮਿਲਣੇ ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਟਾਈਮ ਕੱਢ ਕੇ ਆਏ ਹੋ। ਨੈਕਸਟ ਵੀਕ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ, ਕੁਝ ਨਵੀਆਂ ਗੱਲਾਂ ਬਾਤਾਂ, ਕੁਝ ਨਵੇਂ ਜਿਹੜੀ ਪਾਲਿਸੀਜ਼ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਰੇਡੀਓ ਆਵਾਜ਼ ਦੇ ਉੱਪਰ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ। ਇਸ ਤੋਂ ਬਾਅਦ ਕੁਝ ਨਵੇਂ ਗਾਣੇ ਮਿਊਜ਼ਿਕ ਚੱਲੂਗਾ, ਜ਼ਰੂਰ ਇੰਜੋਏ ਕਰਿਓ। ਕੋਈ ਵੀ ਫੀਡਬੈਕ ਪ੍ਰੋਗਰਾਮਿੰਗ ਬਾਰੇ ਦੇਣੀ ਹੈ ਤਾਂ ਤੁਸੀਂ ਬਲਦੇਵ ਗਿੱਲ ਜੀ ਨੂੰ ਫੋਨ ਕਰ ਸਕਦੇ ਹੋ 204 632 9292 ਦੇ ਉੱਪਰ। ਪਿਆਰ ਦੇ ਸਾਜ਼ ਤੇ ਦਿਲ ਦੀਆਂ ਖੁਸ਼ੀਆਂ ਦੀ ਆਵਾਜ਼, ਰੇਡੀਓ ਆਵਾਜ਼ 96.9 FM।